ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੀ ਖਾਸ ਪੇਸ਼ਕਸ਼ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਮੁੜ ਤੋਂ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਸਾਡੇ ਨਾਲ ਦੋ ਮਾਹਿਰ ਮਹਿਮਾਨ ਮੌਜੂਦ ਨੇ, ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਸ਼ੁਕਰੀਆ। ਸ਼ੁਰੂਆਤ ਗੁਰਨਾਮ ਸਿੰਘ ਬਿਲਗਾ ਜੀ ਤੁਹਾਡੇ ਤੋਂ ਕਰਦੇ ਹਾਂ, ਕਿਉਂਕਿ ਤੁਸੀਂ ਕੱਲ ਮਹਾ ਪੰਚਾਇਤ ਕਹਿ ਲਓ, ਮਹਾ ਕਿਸਾਨ ਰੈਲੀ ਕਹਿ ਲਓ, ਜਾਂ ਕਿਸਾਨਾਂ ਦਾ ਰੇਲਾ ਕਹਿ ਲਓ, ਜਾਂ ਕਿਸਾਨਾਂ ਦਾ ਹੜ੍ਹ ਕਹਿ ਲਓ, ਕਿੰਨੇ ਹੀ ਸ਼ਬਦ ਨੇ ਜਿਹੜੇ ਉਹ ਸਾਹਮਣੇ ਇਕੱਠ ਦੇ ਸਾਹਮਣੇ ਥੋੜ੍ਹੇ ਜਾਪਦੇ ਨੇ। ਤੁਸੀਂ ਕੱਲ ਉੱਥੇ ਸੀ ਮੁਜ਼ੱਫਰਨਗਰ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਦੇ ਵਿੱਚ, ਉੱਥੋਂ ਦੇ ਅੱਖੀ ਡਿੱਠੇ ਹਾਲ ਬਾਰੇ ਸਾਡੇ ਦਰਸ਼ਕਾਂ ਨਾਲ ਕੁਝ ਵਿਚਾਰ ਸਾਂਝੇ ਕਰੋ। ਪਰਮਿੰਦਰ ਜੀ, ਤੁਸੀਂ ਗੱਲ ਕਰ ਰਹੇ ਆ ਉਸ ਮੁਜ਼ੱਫਰਨਗਰ ਸ਼ਹਿਰ ਦੀ ਜਿਹੜਾ ਕਿ ਰਾਜਨੀਤਿਕ ਪੱਖੋਂ ਇੱਕ ਪਿੜ ਮੰਨਿਆ ਜਾਂਦਾ ਇਸ ਪੱਛਮੀ ਯੂਪੀ ਦੇ ਹਿੱਸੇ ਦਾ ਜੀ। ਮੁਜ਼ੱਫਰਨਗਰ ਸ਼ਹਿਰ ਜਿਹੜਾ ਹੈ ਉਹ ਸਾਰੇ ਸ਼ਹਿਰ ਦੇ ਵਿੱਚ ਕੱਲ ਜਿਸ ਤਰ੍ਹਾਂ ਕਿਸਾਨਾਂ ਨੇ ਉੱਥੇ ਆਮਦ ਆਪਣੀ ਹਾਜ਼ਰੀ ਦਿਖਾਈ ਆ, ਤੇ ਉਹਨੂੰ ਦੇਖ ਕੇ ਲੱਗਦਾ ਸੀ ਕਿ ਇਹ ਅੱਜ ਮੁਜ਼ੱਫਰਨਗਰ ਸ਼ਹਿਰ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਸਭ ਨੂੰ ਪਹਿਲਾਂ ਦੇਖਣ ਨੂੰ ਮਿਲੀ ਆ। ਤੇ ਕੁਝ ਸਮਾਂ ਪਹਿਲਾਂ ਇੱਥੇ ਕਹਿ ਸਕਦੇ ਕਿ ਫਿਰਕੂ ਤਾਕਤਾਂ ਨੇ ਅੱਗ ਲਾਉਣ ਦੇ ਯਤਨ ਵੀ ਬੜੇ ਕੀਤੇ ਸੀਗੇ ਜੀ। ਤੁਸੀਂ ਕੱਲ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਗੌਰਮੈਂਟ ਇੰਟਰ ਕਾਲਜ ਦੀ ਗਰਾਊਂਡ ਸੀ, ਲਗਭਗ 17 ਤੋਂ 20 ਏਕੜ ਦੀ ਗਰਾਊਂਡ ਦੱਸੀ ਜਾਂਦੀ ਆ, ਪਰ ਜਿਸ ਤਰ੍ਹਾਂ ਉੱਥੇ ਲੋਕਾਂ ਨੇ ਹਾਜ਼ਰੀ ਭਰੀ ਆ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ, ਉਹ ਤੋਂ ਲੱਗਦਾ ਦੇਖ ਕੇ ਕਿ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਆਪਾਂ ਦੇਖਿਆ ਸੀ ਕਿ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਜਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਤੇ ਪਹੁੰਚੇ ਸੀਗੇ, ਤਾਂ ਉਹ ਕਹਿ ਸਕਦੇ ਕਿ 8 ਮਹੀਨੇ ਬਾਅਦ ਉੱਦਾਂ ਦੀ ਇੱਕ ਦ੍ਰਿਸ਼ ਕੱਲ ਉੱਥੇ ਦੇਖਣ ਨੂੰ ਮਿਲੇ। ਗੱਲ ਇਹ ਨਹੀਂ ਸੀ ਕਿ ਗੌਰਮੈਂਟ ਇੰਟਰ ਕਾਲਜ ਦੀ ਗਰਾਊਂਡ ਵਿੱਚ ਕਿੰਨੇ ਕਿਸਾਨ ਇਕੱਠੇ ਹੋਏ ਆ। ਗੱਲ ਪਰਮਿੰਦਰ ਦੇਖਣ ਵਾਲੀ ਉੱਥੇ ਇਹ ਸੀ ਵੀ ਕੋਈ ਗਲੀ, ਕੋਈ ਮੁਹੱਲਾ, ਕੋਈ ਸੜਕ, ਕੋਈ ਫਲਾਈਓਵਰ, ਕੋਈ ਏਦਾਂ ਦਾ ਨਹੀਂ ਸੀ ਦਿਸ ਰਿਹਾ ਜਿੱਥੇ ਯਾਨੀ ਕਿ ਕਹਿ ਸਕਦੇ ਕਿ ਜਨ ਸੈਲਾਬ ਨਾ ਦਿਸਦਾ ਹੋਵੇ। ਬਹੁਤ ਵੱਡੀ ਗਿਣਤੀ ਵਿੱਚ ਜਿੰਨੇ ਪੰਡਾਲ ਦੇ ਵਿੱਚ ਕਿਸਾਨ ਸਨ, ਉਦੋਂ ਕਈ ਗੁਣਾ ਜਿਹੜੇ ਕਿਸਾਨ ਸੀਗੇ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਰਾਸਤਿਆਂ ਤੇ ਵੱਖ-ਵੱਖ ਸੜਕਾਂ ਤੇ ਦੇਖੇ ਜਾ ਸਕਦੇ ਸਨ। ਪਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਮੁਜ਼ੱਫਰਨਗਰ ਸ਼ਹਿਰ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ ਏਡਾ ਜਿਹੜਾ ਇਕੱਠ ਹੋਇਆ ਆ, ਤੇ ਉੱਥੇ ਦਾ ਜਿਹੜਾ ਵਪਾਰ ਮੰਡਲ ਸੀ ਉਹਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਸ ਦਿਨ ਆਪਣੀ ਮਾਰਕੀਟ ਬਾਜ਼ਾਰ ਸਾਰਾ ਬੰਦ ਰੱਖੇ ਜਾਣਗੇ ਤਾਂ ਕਿ ਕੋਈ ਟ੍ਰੈਫਿਕ ਦੀ ਸਮੱਸਿਆ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਉੱਥੇ ਅਸੁਵਿਧਾ ਨਾ ਹੋ ਸਕੇ। ਉਹਨੂੰ ਦੇਖਦੇ ਹੋਏ ਲੱਗ ਰਿਹਾ ਕਿ ਜਿਸ ਤਰ੍ਹਾਂ ਮੁਜ਼ੱਫਰਨਗਰ ਦੇ ਲੋਕਾਂ ਨੇ ਕਿਸਾਨ ਮਹਾ ਪੰਚਾਇਤ 'ਚ ਆਏ ਹੋਏ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਤੇ ਉਹਨਾਂ ਨੂੰ ਰਹਿਣ ਲਈ ਆਪਣੇ ਘਰਾਂ ਦੇ ਵਿੱਚ ਥਾਂ ਦਿੱਤਾ, ਪਾਣੀ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਤੇ ਹੋਰ ਜਿਹੜੀਆਂ ਸੁਵਿਧਾ ਸੀਗੀਆਂ ਉਹਨਾਂ ਦਾ ਪ੍ਰਬੰਧ ਜਿਹੜਾ ਲੋਕਲ ਲੋਕਾਂ ਨੇ ਕੀਤਾ, ਉਹਨੂੰ ਦੇਖ ਕੇ ਲੱਗਦਾ ਆ ਕਿ ਜਿਸ ਤਰ੍ਹਾਂ ਸਾਡੇ ਭਾਰਤ ਦੀ ਰਾਜਨੀਤੀ ਲੋਕਾਂ ਨੂੰ ਪਾੜ ਕੇ ਰੱਖਦੀ ਆ, ਪਰ ਇਸ ਕਿਸਾਨ ਅੰਦੋਲਨ ਦੇ ਵਿੱਚ ਆਏ ਹੋਏ ਲੋਕਾਂ ਨੇ ਜਾਂ ਸੰਯੁਕਤ ਮੋਰਚੇ ਦੀ ਕਾਲ ਤੇ ਆਏ ਹੋਏ ਲੋਕਾਂ ਨੇ ਇੱਕ ਭਾਈਚਾਰਕ ਸਾਂਝ ਨੂੰ ਹੋਰ ਜ਼ਿਆਦਾ ਪੀੜਾ ਕਰ ਦਿੱਤਾ। ਇਹ ਜਿਹੜੀਆਂ ਗੰਢਾਂ ਪੀੜੀਆਂ ਹੋ ਰਹੀਆਂ ਆ, ਇਹ ਲੱਗ ਰਿਹਾ ਸੀ ਕਿ ਬੜੇ ਲੰਬੇ ਸਮੇਂ ਤੋਂ ਸਾਡੇ ਸਮਾਜ ਦੇ ਵਿੱਚ ਇਸ ਚੀਜ਼ ਦੀ ਬਹੁਤ ਵੱਡੀ ਜ਼ਰੂਰਤ ਸੀਗੀ। ਕੱਲ ਉੱਥੇ ਕੁਛ ਨਹੀਂ ਸੀ ਲੱਗ ਰਿਹਾ ਵੀ ਕੌਣ ਹਿੰਦੂ ਆ ਤੇ ਕੌਣ ਮੁਸਲਿਮ ਆ ਤੇ ਕੌਣ ਸਿੱਖ ਆ ਤੇ ਕੌਣ ਈਸਾਈ ਆ। ਸਾਰੇ ਲੋਕ ਜੋ ਉੱਥੇ ਆਏ ਸੀ, ਸੰਯੁਕਤ ਕਿਸਾਨ ਮੋਰਚੇ ਨੇ ਇੱਕ ਲੜੀ ਦੇ ਵਿੱਚ ਪਰੋ ਕੇ ਰੱਖ ਦਿੱਤੇ। ਰਹੀ ਗੱਲ ਕਰਨ ਦੀ ਵੀ ਕੱਲ ਉੱਥੇ ਸਟੇਜ ਤੇ ਕਿੱਦਾਂ ਦੀ ਕਾਰਵਾਈ ਚੱਲੀ, ਤੇ ਪਰਮਿੰਦਰ ਮਾਹੌਲ ਬਹੁਤ ਜ਼ਿਆਦਾ ਉੱਥੇ ਉਤਸ਼ਾਹ ਸੀਗਾ। ਗਰਮੀ ਨੇ ਵੀ ਕੱਲ ਆਪਣਾ ਪੂਰਾ ਸਿਖਰ ਦਾ ਕਹਿ ਸਕਦੇ ਆ ਰੂਪ ਦਿਖਾਇਆ। ਬਹੁਤ ਪਰਸੋਂ ਉੱਥੇ ਬਾਰਿਸ਼ ਹੋਈ, ਸਾਰੀ ਗਰਾਊਂਡ ਗਿੱਲੀ ਹੋ ਗਈ। ਉਸ ਗਰਾਊਂਡ ਨੂੰ ਤਿਆਰ ਕਰਨ ਲਈ ਉੱਥੇ ਦੇ ਵਰਕਰਾਂ ਨੇ ਬੜੀ ਵੱਡੀ ਮਿਹਨਤ ਕੀਤੀ, ਸੁੱਕਾ ਕਰਕੇ ਸਾਰਾ ਉਹਨੇ ਪ੍ਰਬੰਧ ਕਰ ਲਿਆ। ਪਰ ਕੱਲ ਜਿੰਨੀ ਗਰਮੀ ਹੋਈ, ਉਸ ਗਰਮੀ ਨੇ ਵੀ ਕੱਲ ਰਿਕਾਰਡ ਤੋੜ ਉੱਥੇ ਆਪਣਾ ਅਸਰ ਦਿਖਾਇਆ। ਮਤਲਬ ਉਹਨੇ ਵੀ ਆਪਣਾ, ਕੁਦਰਤ ਨੇ ਵੀ ਆਪਣਾ ਰੂਪ ਦਿਖਾਇਆ, ਆਪਣਾ ਜੋਸ਼ ਦਿਖਾਇਆ ਕਿ ਉਹ ਵੀ ਕਿਸਾਨਾਂ ਦੇ ਨਾਲ ਨੇ ਤੇ ਕਿਸਾਨਾਂ ਦੇ ਹੌਸਲੇ ਨੂੰ ਉਹ ਵੀ ਪਸਤ ਨਹੀਂ ਕਰ ਸਕੀ, ਬਲਕਿ ਉਹਨਾਂ ਨੂੰ ਵਧਾ ਦਿੱਤਾ। ਪਰਮਿੰਦਰ, ਉੱਥੇ ਜਿੱਦਾਂ ਦੇ ਹਾਲਾਤ ਸੀਗੇ, ਜਨ ਸੈਲਾਬ ਐਡਾ ਵੱਡਾ ਸੀ ਵੀ ਕਿਤੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਸੀਗਾ, ਤੇ ਪ੍ਰਬੰਧ ਜਿਹੜੇ ਸੀ ਕੀਤੇ ਤਾਂ ਬਹੁਤ ਪੁਖਤਾ ਸੀ, ਪਰ ਕਿਤੇ ਨਾ ਕਿਤੇ ਉਹ ਵੀ ਜ਼ਿਆਦਾ ਰਸ਼ ਕਾਰਨ ਛੋਟੇ ਪੈਂਦੇ ਦਿਖੇ। ਤੇ ਜਿਸ ਤਰ੍ਹਾਂ ਸਟੇਜ ਦੇ ਉੱਤੇ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਦੇ ਲੀਡਰ ਤੇ 15 ਰਾਜਾਂ ਤੋਂ ਆਏ ਹੋਏ ਲਗਭਗ 300 ਜਥੇਬੰਦੀਆਂ ਨੇ ਉੱਥੇ ਕੱਲ ਸ਼ਿਰਕਤ ਕੀਤੀ, ਜਿਹਦੇ ਵਿੱਚ ਕਹਿ ਸਕਦੇ ਆ ਆਂਧਰਾ ਪ੍ਰਦੇਸ਼ ਤੋਂ ਲੈ ਕੇ, ਕਰਨਾਟਕਾ ਤੋਂ ਲੈ ਕੇ, ਮੱਧ ਪ੍ਰਦੇਸ਼ ਤੋਂ ਲੈ ਕੇ ਜਾਂ ਹੋਰ ਦੱਖਣੀ ਰਾਜਾਂ ਦੀ ਜਿਸ ਤਰ੍ਹਾਂ ਉੱਥੇ ਸੰਗਤ ਨੇ ਜਾਂ ਕਿਸਾਨਾਂ ਨੇ ਹਿੱਸਾ ਲਿਆ, ਉਹਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਇਹ ਅੰਦੋਲਨ ਜਿਹੜਾ ਕਿਹਾ ਜਾ ਰਿਹਾ ਸੀ ਕਿ ਮੁੱਠੀ ਭਰ ਲੋਕਾਂ ਦਾ ਅੰਦੋਲਨ ਆ। ਇਸ ਵੇਲੇ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਦੇ ਤੰਬੂ ਖਾਲੀ ਪਏ ਆ। ਉਹ ਲੋਕਾਂ ਦਾ ਕਹਿਣ ਵਾਲਾ ਜਿਹੜਾ ਭਰਮ ਭੁਲੇਖਾ ਜਿਹੜਾ ਸੀ, ਉਹ ਕੱਲ ਕਿਸਾਨ ਜਥੇਬੰਦੀਆਂ ਦੀ ਮੁਜ਼ੱਫਰਨਗਰ ਮਹਾ ਪੰਚਾਇਤ ਨੇ ਉਹ ਕੱਢ ਦਿੱਤਾ। ਤੁਸੀਂ ਦੇਖੋਗੇ ਕਿ ਜਿਨ੍ਹਾਂ ਭਾਸ਼ਾਵਾਂ ਨੂੰ
ਆਪਣੇ ਉੱਤਰੀ ਭਾਰਤ ਵਾਲੇ ਲੋਕ ਸਮਝ ਵੀ ਨਹੀਂ ਸਕਦੇ, ਜਿਹੜਾ ਕਰਨਾਟਕਾ ਵਾਲਿਆਂ ਦੀ ਜਾਂ ਤਾਮਿਲਨਾਡੂ ਵਾਲਿਆਂ ਦੀ। ਜਦੋਂ ਉਹਨਾਂ ਨੇ ਵੀ ਭਾਸ਼ਣ ਦਿੱਤੇ, ਉਹ ਇੰਨਾ ਜੋਸ਼ ਵਿੱਚ ਜਸ਼ੀਲੇ ਹੋ ਕੇ ਬੁਲਾਰੇ ਬੋਲ ਰਹੇ ਸੀ, ਸਮਝ ਨਾ ਲੱਗਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਪੰਡਾਲ ਦੇ ਵਿੱਚੋਂ ਤਾੜੀਆਂ ਲੋਕ ਮਾਰ ਰਹੇ ਸੀ, ਜਿੱਦਾਂ ਉਹਨਾਂ ਨੂੰ ਹੌਸਲਾ ਅਫਜ਼ਾਈ ਕਰ ਰਹੇ ਸੀ, ਉਹ ਤੋਂ ਦੇਖ ਕੇ ਲੱਗਦਾ ਸੀ ਕਿ ਇਹ ਉੱਤਰ ਭਾਰਤ ਦਾ ਅੰਦੋਲਨ ਨਹੀਂ ਰਹਿ ਗਿਆ, ਅੰਦੋਲਨ ਦੀ ਜਿਹੜੀ ਆ ਇਹ ਜੜ ਸਾਰੇ ਭਾਰਤ ਵਿੱਚ ਲੱਗ ਚੁੱਕੀ ਆ। ਤੇ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਅਸੀਂ ਅੱਖੀਂ ਦੇਖਿਆ ਵੀ ਜਿਹੜੇ ਉੱਥੇ 32 ਜਥੇਬੰਦੀਆਂ ਦੇ ਲੀਡਰ ਤੇ ਸੰਯੁਕਤ ਮੋਰਚੇ ਦੇ ਲੀਡਰ ਜਿਹੜੇ ਪ੍ਰਮੁੱਖਤਾ ਦੇ ਨਾਲ ਇਸ ਅੰਦੋਲਨ ਨੂੰ ਚਲਾ ਰਹੇ ਆ, ਉਹਨਾਂ ਦੇ ਚਿਹਰਿਆਂ ਤੇ ਬਹੁਤ ਵੱਡੀ ਰੌਣਕ ਸੀ। ਕਿਤੇ ਨਾ ਕਿਤੇ ਥੋੜੀ ਬਹੁਤ ਪ੍ਰਬੰਧਾਂ ਦੇ ਵਿੱਚ ਕਮੀ ਹੋਣ ਕਾਰਨ ਕਈ ਗੱਲਾਂ ਡਿਸਟਰਬ ਵੀ ਹੋਈਆਂ, ਪਰ ਜਿਸ ਤਰ੍ਹਾਂ ਫੇਰ ਵੀ ਉਹਨੀ ਸਮੇਂ ਸਿਰ ਇਹ ਆਪਣਾ ਸਟੇਜ ਦੀ ਕਾਰਵਾਈ ਸ਼ੁਰੂ ਕਰਕੇ ਤੇ ਸਮੇਂ ਸਿਰ ਹੀ ਇਹ ਨੇਪਰੇ ਚਾੜੀ ਆ। ਤੇ ਕਿਤੇ ਨਾ ਕਿਤੇ ਸੰਯੁਕਤ ਮੋਰਚੇ ਨੇ ਜੋ ਇਹ ਵੱਡੀ ਕਾਲ ਇੱਕ ਲੀਕੀ ਸੀ 26 ਜਨਵਰੀ ਤੋਂ ਬਾਅਦ ਦੀ, ਤੇ ਇਹ 5 ਸਤੰਬਰ ਦਾ ਦਿਨ ਜਿਹੜਾ ਹੈ ਕਿਸਾਨੀ ਅੰਦੋਲਨ ਲਈ ਇੱਕ ਯਾਦਗਾਰ ਦਿਨ ਬਣ ਗਿਆ। ਤੇ ਵੱਡੇ ਵੱਡੇ ਐਲਾਨ ਜਿਹੜੇ ਕੀਤੇ ਉੱਥੇ ਲੀਡਰਾਂ ਨੇ, ਉਹਨਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਇੱਕੋ ਹੀ ਗੱਲ, ਜਿਹੜੀ ਕਿ ਸਾਰੀਆਂ ਗੱਲਾਂ ਦਾ ਜੇ ਨਿਚੋੜ ਕੱਢ ਲਈਏ ਤਾਂ ਇੱਕੋ ਹੀ ਗੱਲ ਕੀਤੀ ਗਈ ਕਿ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਨੇ, ਰਾਜਨੀਤਿਕ ਧਿਰਾਂ ਨੇ ਮੁਜ਼ੱਫਰਨਗਰ ਨੂੰ 2013 ਦੇ ਵਿੱਚ ਇੱਕ ਖੂਨੀ ਸ਼ਹਿਰ ਬਣਾ ਦਿੱਤਾ ਸੀਗਾ, ਜਾਂ ਮੁਜ਼ੱਫਰਨਗਰ ਦੇ ਭਾਈਚਾਰੇ ਨੂੰ ਇਦਾਂ ਪਾੜਿਆ ਕਿ ਉਹਨਾਂ ਦੇ ਵਿੱਚ ਬਹੁਤ ਵੱਡੀ ਭਰਾ ਮਾਰੂ ਜੰਗ ਚੱਲੀ, ਜਿਸ ਨੂੰ ਸੇਕਣ ਦੀ ਉਹ ਸਾਰੀਆਂ ਪਾਰਟੀਆਂ ਨੇ ਆਪੋ ਆਪਣਾ ਰੋਲ ਅਦਾ ਕੀਤਾ। ਤੇ ਉਸ ਦੰਗਿਆਂ ਦੇ ਉੱਤੇ ਮੁਜ਼ੱਫਰਨਗਰ ਜਿਹੜੇ ਹੋਏ, ਉਦੋਂ ਬਾਅਦ ਆਪਣੀਆਂ ਉੱਥੇ ਸਰਕਾਰਾਂ ਵੀ ਬਣਾਈਆਂ। ਪਰ ਜਿਸ ਤਰ੍ਹਾਂ ਦਾ ਭਾਈਚਾਰਾ ਕੱਲ ਉੱਥੇ ਦੇਖਿਆ ਗਿਆ ਆ, ਉੱਥੇ ਜਿੱਥੇ ਮੁਸਲਮਾਨ ਭਾਈਚਾਰੇ ਨੇ, ਜਾਟ ਭਾਈਚਾਰੇ ਨੇ ਰਲ ਕੇ ਲੋਕਾਂ ਦੇ ਪ੍ਰਬੰਧ ਕੀਤੇ ਲੰਗਰਾਂ ਦੇ ਜਾਂ ਹੋਰ ਰਹਿਣ ਸਹਿਣ ਦੇ, ਉੱਥੇ ਅਸੀਂ ਵਿੱਚ ਕਹਿ ਸਕਦੇ ਹਿੰਦੂ ਪਰਿਵਾਰਾਂ ਦੇ ਉਹ ਭਗਵੇਂ ਕੱਪੜੇ ਪਾ ਕੇ, ਆਪਣੇ ਹਿੰਦੂ ਤਿਲਕ ਲਾ ਕੇ, ਅਸੀਂ ਉਹ ਵੀ ਲੋਕ ਇੱਕ ਥਾਂ ਖੜੇ ਹੋ ਕੇ ਕੰਮ ਕਰਦੇ ਦੇਖੇ ਆ, ਜੱਫੀਆਂ ਪਾਉਂਦੇ ਦੇਖੇ ਆ, ਤੇ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਪੀਢੀ ਕਰਦੇ ਦੇਖੇ ਆ। ਤੇ ਇਹ ਤੋਂ ਇਹ ਲੱਗ ਰਿਹਾ ਆ ਕਿ ਰਾਜ ਕਰਨ ਵਾਲੀਆਂ ਧਿਰਾਂ ਹਮੇਸ਼ਾ ਹੀ ਜਿਸ ਤਰ੍ਹਾਂ ਪਾੜ ਕੇ ਰੱਖਦੀਆਂ ਆ ਭਾਈਚਾਰੇ ਨੂੰ, ਪਰ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਉੱਥੇ ਇੱਕ ਇਕੱਠੇ ਹੋਣ ਦਾ, ਇੱਕ ਆਪਸ ਵਿੱਚ ਹੀ ਸਾਂਝ ਵਧਾਉਣ ਦਾ ਇਹ ਮੌਕਾ ਵੀ ਦਿੱਤਾ ਆ। ਤੇ ਬਾਰ-ਬਾਰ ਉੱਥੇ ਜਿਹੜਾ ਐਲਾਨ ਕੀਤਾ ਗਿਆ ਆ ਸਟੇਜ ਤੇ ਜਿੱਥੇ ਆਪਣੇ ਆਗੂਆਂ ਵੱਲੋਂ, ਉਹ ਵੀ ਤੁਹਾਨੂੰ ਆਉਣ ਵਾਲੇ ਪ੍ਰੋਗਰਾਮ ਦੇ ਹਿੱਸੇ 'ਚ ਦੱਸਦੇ ਆ ਵੀ ਕਿਸ ਲੀਡਰ ਨੇ ਕੀ ਬੋਲਿਆ। ਹਾਂਜੀ ਪਰਮਿੰਦਰ ਜੀ। ਤੇ ਗੁਰਨਾਮ ਜੀ, ਤੁਸੀਂ ਬੜੇ ਸੋਹਣੇ ਤਰੀਕੇ ਨਾਲ ਦੱਸ ਦਿੱਤਾ ਮੁਜ਼ੱਫਰਨਗਰ ਦਾ ਅੱਖੀ ਡਿੱਠਾ ਹਾਲ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਹੁਣ ਤੁਹਾਡੇ ਵੱਲ ਆਉਂਦੇ ਆ ਤੇ ਗੱਲ ਕਰਦੇ ਆ, ਕਿਉਂਕਿ ਨੇਤਾ ਜਿਹੜੇ ਨੇ ਉਹ ਹਮੇਸ਼ਾ ਪਾੜੋ ਤੇ ਰਾਜ ਕਰੋਧੀ ਨੀਤੀ ਤੇ ਅਮਲ ਕਰਦੇ ਨੇ, ਲੋਕਾਂ ਨੂੰ ਲੜਾ ਕੇ ਵੋਟਾਂ ਹਾਸਲ ਕਰ ਲੈਂਦੇ ਨੇ, ਪਰ ਕਿਸਾਨਾਂ ਦੀ ਇਸ ਮਹਾ ਪੰਚਾਇਤ ਨੇ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚਾ ਦਿੱਤੀ ਹੈ, ਤੁਹਾਨੂੰ ਲੱਗਦਾ? ਦੇਖੋ ਪਰਮਿੰਦਰ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸੱਤਾ ਜਿਹੜੀ ਆ ਉਹ ਲੋਕਾਂ ਨੂੰ ਪਾੜਨ 'ਚ ਯਕੀਨ ਰੱਖਦੀ ਆ, ਬਿਲਕੁਲ ਤੁਹਾਡੀ ਗੱਲ ਠੀਕ ਆ, ਪਰ ਐਕਸੈਪਸ਼ਨਸ ਵੀ ਹੁੰਦੀਆਂ, ਕਿਤੇ ਕੁਝ ਚੰਗੇ ਲੀਡਰ ਵੀ ਸਾਨੂੰ ਮਿਲਦੇ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਦਿੱਤੀ ਆ ਜਾਂ ਨਹੀਂ, ਦੇਖੋ ਸਰਕਾਰ ਜਿਹੜੀ ਆ ਉਹਦੇ ਕੋਲ ਇੰਨੇ ਰਿਸੋਰਸਸ ਨੇ, ਇੰਨੀਆਂ ਉਹਨਾਂ ਕੋਲ ਸੂਈਆਂ ਨੇ, ਇੰਨੇ ਉਹਨਾਂ ਕੋਲ ਤੰਤਰ ਉਹਨਾਂ ਦਾ ਮਜ਼ਬੂਤ ਆ ਕਿ ਉਹਨਾਂ ਨੂੰ ਹਰ ਗੱਲ ਦਾ ਜਿਹੜਾ ਆ ਉਹ ਪਤਾ ਲੱਗਦਾ ਆ। ਮੁਜ਼ੱਫਰਨਗਰ ਯੂਪੀ ਦਾ ਬਹੁਤ ਅਹਿਮ ਸ਼ਹਿਰ ਆ। ਜਦੋਂ ਪੱਛਮ ਯੂਪੀ ਦੀ ਅਸੀਂ ਗੱਲ ਕਰੀਏ ਤੇ ਉੱਥੇ ਜ਼ਿਲ੍ਹਾ ਹੈੱਡਕੁਆਟਰ ਆ, ਉੱਥੇ ਸਾਰੇ ਜਿਹੜੇ ਸਿਸਟਮ ਆ ਸਰਕਾਰ ਦੇ ਉੱਥੇ ਲੱਗੇ ਹੋਏ ਨੇ, ਉਹਨਾਂ ਨੂੰ ਪਹਿਲਾਂ ਤੋਂ ਪਤਾ ਹੈ ਕਿ ਇੱਥੇ ਕੀ ਹੋਣਾ ਹੈ, ਕਿੱਦਾਂ ਹੋਣਾ ਹੈ। ਸਰਕਾਰ ਨੂੰ ਜਿਹੜੀ ਤੁਸੀਂ ਖਬਰ ਦੀ ਗੱਲ ਹੈ, ਸਰਕਾਰ ਨੂੰ ਉਹਦੇ ਬਾਰੇ ਬਿਲਕੁਲ ਜਾਣਕਾਰੀ ਹੈ। ਹਾਂ, ਸਰਕਾਰ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇੱਥੇ ਇੰਨਾ ਵੱਡਾ ਇਕੱਠ ਹੋਵੇਗਾ। ਜਿਹੜੀ ਬਿਲਗਾ ਸਾਹਿਬ ਨੇ ਗੱਲ ਦੱਸੀ ਕਿ ਬਹੁਤ ਸਾਰੇ ਲੀਡਰਾਂ ਨੇ ਉੱਥੋਂ ਸੰਬੋਧਨ ਕੀਤਾ, ਕਿਸਾਨਾਂ ਨੇ, ਕਿਸਾਨ ਲੀਡਰਾਂ ਨੇ, ਜਥੇਬੰਦੀਆਂ ਦੇ ਆਗੂਆਂ ਨੇ, ਉਹਦੇ 'ਚ ਪੰਜਾਬ ਦੇ 32 ਵੀ ਸੀ ਤੇ ਸਾਰੇ ਮੁਲਕ ਦੇ 17, 18, 15 ਸੂਬਿਆਂ ਤੋਂ ਆਏ ਹੋਏ 300 ਤੋਂ ਵਧੇਰੇ ਲੋਕ ਉੱਥੇ ਸਟੇਜ 'ਤੇ ਸੀ। ਉਹਨਾਂ ਸਾਰਿਆਂ ਨੇ ਜਿਹੜੀ ਗੱਲ ਕੀਤੀ ਉਹਦੇ ਵਿੱਚ ਇੱਕੋ ਹੀ ਗੱਲ ਸਾਹਮਣੇ ਆਉਂਦੀ ਸੀ ਕੁੱਲ ਮਿਲਾ ਕੇ ਬਿਲਗਾ ਸਾਹਿਬ, ਕਿ ਜਿਹੜੀ ਸੱਤਾਧਾਰੀ ਧਿਰ ਆ ਇਹਨੂੰ ਅਸੀਂ ਉਖਾੜਨਾ ਕੀਤਾ ਜੀ। ਸੋ ਇਹਦੇ ਵਿੱਚੋਂ ਇਸ ਮਹਾਪੰਚਾਇਤ ਨੂੰ ਤੁਸੀਂ 3 ਹਿੱਸਿਆਂ 'ਚ ਵੰਡ ਸਕਦੇ, ਜਾਂ ਉੱਥੋਂ ਜਿਹੜੀਆਂ 2-3 ਗੱਲਾਂ ਸਾਹਮਣੇ ਨਿਕਲ ਕੇ ਆਈਆਂ। ਇੱਕ ਤਾਂ ਇਹੀ ਸੀ ਕਿ ਕੀ ਕਿਸਾਨ ਹੁਣ ਇਕਜੁੱਟ ਹੋ ਕੇ ਰਾਜਨੀਤੀ ਕਰਨਗੇ, ਜਾਂ ਕਿਸਾਨ ਰਾਜਨੀਤੀ ਨਾ ਕਰਕੇ ਸਿਰਫ ਆਪਣੀ ਗੱਲ ਸਰਕਾਰ ਨੂੰ ਪਹੁੰਚਾਉਣਗੇ, ਜਾਂ ਕੀ ਇਸ ਪੰਚਾਇਤ ਦੇ ਸਿਰ ਤੇ ਜਿਹੜੀ ਵਿਰੋਧੀ ਧਿਰ ਆ ਹਵਾ ਹੋ ਚੁੱਕੀ ਆ, ਕੀ ਉਹਦੀ ਹਵਾ ਦੁਬਾਰਾ ਵੱਜੇਗੀ ਤੇ ਉਹ ਇਸ ਕਿਸਾਨ ਧਿਰ ਦੇ ਉੱਤੇ ਇਹਨਾਂ ਦੇ ਸਿਰ ਤੇ ਰੱਖ ਕੇ ਰਾਜਨੀਤੀ ਕਰਨਗੇ, ਜਾਂ ਇਸ ਮਹਾਪੰਚਾਇਤ ਨੂੰ ਸਰਕਾਰ ਦਾ ਵਿਰੋਧ ਦੇਖ ਕੇ ਇਸ ਨੂੰ ਭੁਨਾਉਣ ਦਾ ਯਤਨ ਕਰਨਗੇ। ਹਾਲਾਂਕਿ ਇਹਦੇ 'ਚ ਕਿਸਾਨ ਅੰਦੋਲਨ ਦਾ ਕੋਈ ਕਸੂਰ ਨਹੀਂ ਹੈਗਾ। ਜੇਕਰ ਵਿਰੋਧੀ ਧਿਰ ਇਸ ਵਿਰੋਧ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀ ਆ ਸਾਰੇ ਦੇਸ਼ ਦੇ ਵਿੱਚ, ਤੇ ਕੁੱਲ ਮਿਲਾ ਕੇ ਇੱਕ ਚੰਗੀ ਗੱਲ ਹੈ।
ਪਰ ਕਿਸਾਨ ਆਗੂਆਂ ਨੇ ਜਿੱਦਾਂ ਪਹਿਲੇ ਦਿਨ ਤੋਂ ਲੈ ਕੇ ਇਸ ਗੱਲ ਨੂੰ ਰੱਖਿਆ ਹੋਇਆ ਹੈ ਕਿ ਸਾਡਾ ਜਿਹੜਾ ਮੁੱਦਾ ਆ ਉਹ ਰਾਜਨੀਤੀ ਕਰਨਾ ਨਹੀਂ ਹੈ। ਜੀ। ਪਰ ਜਿਹੜੀ ਕੱਲ ਉੱਥੇ ਬਿਲਗਾ ਸਾਹਿਬ ਗੱਲ ਨਿਕਲ ਕੇ ਸਾਹਮਣੇ ਆਈ ਕਿ ਅਸੀਂ ਵੱਡੇ ਆਗੂਆਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਕਿ ਅਸੀਂ ਰਾਜਨੀਤੀ ਕਰਨ ਲਈ ਇਕੱਠੇ ਨਹੀਂ ਹੋਏ, ਨਾ ਸਾਡਾ ਮਕਸਦ ਰਾਜਨੀਤੀ ਕਰਨਾ ਹੈ। ਜੀ। ਪਰ ਨਾਲ ਦੀ ਨਾਲ ਉਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤੇ ਸਰਕਾਰ ਨੂੰ ਸਿਰਫ ਵੋਟ ਦੀ ਭਾਸ਼ਾ ਹੀ ਸਮਝ ਆਉਂਦੀ ਆ, ਫਿਰ ਅਸੀਂ ਵੋਟ ਤੇ ਚੋਟ ਜ਼ਰੂਰ ਕਰਾਂਗੇ। ਉਹ ਤਾਂ ਸੀ ਇੱਕ ਹਿੱਸਾ ਉਹਦਾ। ਦੂਸਰੀ ਗੱਲ ਇਹ ਵੀ ਆ ਕਿ ਪੱਛਮੀ ਉੱਤਰ ਪ੍ਰਦੇਸ਼ ਨੂੰ ਜਿਹੜਾ ਐਕਟਿਵਲੀ ਪੋਲੀਟੀਕਲੀ ਬਹੁਤ ਐਕਟਿਵ ਮੰਨਿਆ ਜਾਂਦਾ, ਤੇ ਇਸੇ ਹੀ ਖਿੱਤੇ ਤੋਂ ਜੇ ਇੱਕ ਅਖਬਾਰ ਦੀ ਮੈਂ ਸੁਰਖੀ ਦੇਖਦਾ ਸੀ, ਮੈਨੂੰ ਬੜੀ ਗੱਲ ਚੰਗੀ ਲੱਗੀ। ਕਈ ਵਾਰ ਪੱਤਰਕਾਰਤਾ ਜਿਹੜੀ ਆ ਉਹ ਬਹੁਤ ਧਿਆਨ ਨਾਲ ਕੀਤੀ ਜਾਂਦੀ ਆ ਤੇ ਉਦੋਂ ਫਿਰ ਇਤਿਹਾਸ ਨਾਲ ਜਦੋਂ ਜੋੜਿਆ ਜਾਂਦਾ ਤੇ ਉਹਦੇ ਇੱਕ ਨਵੇਕਲੇ ਅਰਥ ਸਾਹਮਣੇ ਆਉਂਦੇ ਆ। ਉਸ ਅਖਬਾਰ ਨੇ ਲਿਖਿਆ ਕਿ 1857 'ਚ ਜਿਹੜਾ ਮੇਰਠ ਦੇ ਵਿੱਚ ਸ਼ੁਰੂ ਹੋਇਆ ਸੀ ਯੁੱਧ ਨਾਦ ਅੰਗਰੇਜ਼ ਸਰਕਾਰ ਦੇ ਖਿਲਾਫ, ਇਹਨੇ ਉਹਨੂੰ ਦੁਬਾਰਾ ਜਿਹੜਾ ਆ ਉਹ ਯਾਦ ਕਰਵਾ ਦਿੱਤਾ। ਸੋ ਸੱਤਾ ਦੇ ਖਿਲਾਫ ਇੰਨੇ ਵੱਡੇ ਤੌਰ ਤੇ ਇਕੱਠ ਦਾ ਹੋਣਾ ਇਹ ਸਰਕਾਰ ਲਈ ਚਿੰਤਾ ਦਾ ਵਿਸ਼ਾ ਆ। ਕਿਸਾਨ ਆਗੂਆਂ ਲਈ ਇਹ ਚੰਗੀ ਗੱਲ ਆ ਕਿ ਉਹਨਾਂ ਦੇ ਅੰਦੋਲਨ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਪੂਰੇ ਭਾਰਤ 'ਚ ਹਨ। ਦੇਖੋ, ਮੈਂ ਇਸ ਗੱਲ ਦਾ ਮੁੱਦਈ ਸੀ ਕਿ ਇਹ ਪਹਿਲੇ ਦਿਨ ਤੋਂ ਹੀ ਪੂਰੇ ਮੁਲਕ ਦਾ ਅੰਦੋਲਨ ਸੀ। ਉਹਦੀ ਵਜ੍ਹਾ ਇਹ ਸੀ ਕਿ ਸਾਰੇ ਹੀ ਦੁਨੀਆ ਦੇ ਜਿਹੜੇ ਕਿਸਾਨ ਆ ਉਹ ਆਪਣੇ ਹਲਕੇ ਦੇ ਵਿੱਚ ਵੱਖੋ ਵੱਖਰੀਆਂ ਮੁਸੀਬਤਾਂ ਨਾਲ ਲੜ ਰਹੇ ਨੇ। ਉਹਨਾਂ ਦੀਆਂ ਮੁਸੀਬਤਾਂ ਭਾਸ਼ਾਈ ਤੌਰ ਤੇ ਜਾਂ ਫਸਲ ਦੇ ਤੌਰ ਤੇ ਵੱਖ ਹੋ ਸਕਦੀਆਂ, ਪਰ ਕੁੱਲ ਮਿਲਾ ਕੇ ਜਿਹੜੀਆਂ ਆ ਉਹ ਉਸ ਚੀਜ਼ ਨਾਲ ਜੁੜੀਆਂ ਹੋਈਆਂ ਆ ਜਿਹਨੂੰ ਅਸੀਂ ਐਕਸਪਲੋਇਟੇਸ਼ਨ ਕਹਿੰਦੇ ਆ, ਜਿਹਨੂੰ ਅਸੀਂ ਸ਼ੋਸ਼ਣ ਕਹਿੰਦੇ ਆ। ਕਿਉਂਕਿ ਉਹ ਬੰਦਾ ਜ਼ਮੀਨ ਦੇ ਵਿੱਚ ਖੇਤੀ ਕਰਦਾ ਆ, ਬਹੁਤ ਮਿਹਨਤ ਕਰਦਾ ਆ ਤੇ ਅੰਤ ਨੂੰ ਉਹਨੂੰ ਉਹਦਾ ਜਿਹੜਾ ਮੁੱਲ ਆ ਉਹ ਨਹੀਂ ਮਿਲਦਾ। ਚਾਹੇ ਉਹ ਪੰਜਾਬ ਦੀ ਕਣਕ ਆ, ਪੰਜਾਬ ਦਾ ਝੋਨਾ ਆ, ਚਾਹੇ ਉਹ ਕਿਸੇ ਦੁਨੀਆ ਦੇ ਦੂਸਰੇ ਦੇਸ਼ ਦੇ ਵਿੱਚ ਕੋਕੋਆ ਆ, ਕੌਫੀ ਆ, ਜਾਂ ਕੋਈ ਹੋਰ ਜਿਹੜੀ ਚੀਜ਼ ਆ, ਚਾਹੇ ਉਹ ਗੰਨਾ ਕਿਸਾਨ ਨੇ। ਸੋ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਫਸਲ ਉਗਾਉਣ ਵਾਲਾ ਆ ਉਹਨੂੰ ਆਪਣੀ ਫਸਲ ਦਾ ਮੁੱਲ ਜਿਹੜਾ ਆ ਪੂਰਾ ਨਹੀਂ ਮਿਲਦਾ। ਉਹਦੀ ਜਿਹੜੀ ਵਜ੍ਹਾ ਆ ਉਹ ਕਿਸਾਨੀ ਆ ਜਾਂ ਕਾਰਪੋਰੇਟ ਧਿਰਾਂ ਨੇ ਜਿਹੜੀਆਂ ਕਿ ਉਹਨੂੰ ਐਕਸਪਲੋਇਟ ਕਰਦੀਆਂ ਤੇ ਉਹ ਆਪਣੀ ਇਕਨੋਮਿਕਲੀ ਤੌਰ ਤੇ ਉਸ ਕੰਡੀਸ਼ਨ 'ਚ ਨਹੀਂ ਹੁੰਦਾ ਕਿ ਆਪਣੀਆਂ ਫਸਲਾਂ ਨੂੰ ਉਹ ਸਾਂਭ ਕੇ ਰੱਖ ਸਕੇ। ਅੰਮ੍ਰਿਤਪਾਲ ਸ਼ਰਮਾ ਜੀ, ਮੈਂ ਤੁਹਾਨੂੰ ਟੋਕ ਰਹੀ ਹਾਂ। ਮੁੱਦਾ ਇੱਥੇ ਕਿਸਾਨਾਂ ਦੇ ਸੰਘਰਸ਼ ਦਾ ਹੈ। ਕਿਸਾਨ ਅੱਕੇ ਨਹੀਂ, ਥੱਕੇ ਨਹੀਂ। ਉਹਨਾਂ ਨੇ ਇੱਕ ਹੋਰ ਗੱਲ ਵੀ ਕੀਤੀ ਕਿ ਇਹ 2022 ਨਹੀਂ ਬਲਕਿ ਲੋੜ ਪਈ ਤਾਂ 2024 ਤੱਕ ਵੀ ਜਾਵਾਂਗੇ ਤੇ ਬਾਰਡਰਾਂ ਤੇ ਹੀ ਅਸੀਂ ਆਪਣੀ ਸਮਾਧ ਵੀ ਬਣਾਵਾਂਗੇ। ਇਹ ਸੱਚਮੁੱਚ ਇਹ ਜੋ ਕਹਿ ਰਹੇ ਨੇ, ਮੈਨੂੰ ਲੱਗਦਾ ਕਿ ਕਰਕੇ ਦਿਖਾਣਗੇ। ਤੁਹਾਨੂੰ ਵੀ ਇੰਜ ਲੱਗਦਾ ਹੈ? ਪਰਮਿੰਦਰ ਜੀ, ਇਹ ਤਾਂ ਬਹੁਤ ਸੌਖੀ ਗੱਲ ਹੈ। ਤੁਸੀਂ ਜਿਹੜੀ ਅੱਕਣ ਥੱਕਣ ਦੀ ਗੱਲ ਕਰਦੇ ਆ, ਉਹ ਲੋਕ ਅੱਕਣ ਥੱਕਣ ਦੀ ਗੱਲ ਕਰ ਸਕਦੇ ਨੇ ਜਿਹੜੇ ਕਿਸਾਨੀ ਕਿੱਤੇ ਨੂੰ ਸਮਝਦੇ ਨਹੀਂ। ਕਿਸਾਨ ਲਈ ਤੇ ਕੋਈ ਛੁੱਟੀ ਨਹੀਂ ਹੁੰਦੀ, ਕੋਈ ਉਹਦੇ ਵਰਕਿੰਗ ਆਵਰਸ ਨਹੀਂ ਆ। ਉਹਨੇ ਸਾਡੇ ਤੁਹਾਡੇ ਵਾਂਗੂ 9 ਵਜੇ ਆ ਕੇ 5 ਵਜੇ ਨਹੀਂ ਜਾਣਾ ਹੁੰਦਾ। ਉਹਦੇ ਲਈ ਤਾਂ 24 ਘੰਟੇ 7 ਦਿਨ 12 ਮਹੀਨੇ 30 ਦਿਨ ਉਹਦੇ ਲਈ ਇੱਕੋ ਜਿਹਾ ਹੀ ਜਿਹੜਾ ਮਾਹੌਲ ਰਹਿੰਦਾ ਆ। ਉਹਨੂੰ ਅੱਕਣ ਥੱਕਣ ਵਾਲੀ ਕੋਈ ਚੱਕਰ ਨਹੀਂ। ਜਿੰਨਾ ਅੰਦੋਲਨ ਦੇ ਵਿੱਚ ਕਿਸਾਨ ਜ਼ੋਰ ਲਾ ਰਹੇ ਆ, ਜਿੰਨੀ ਮਿਹਨਤ ਕਰ ਰਹੇ ਆ, ਇਹਦੇ ਨਾਲੋਂ 10-20 ਗੁਣਾ ਵੱਧ ਮਿਹਨਤ ਉਹਨਾਂ ਨੂੰ ਰੈਗੂਲਰ ਲਾਈਫ ਦੇ ਵਿੱਚ ਖੇਤੀ 'ਚ ਕਰਨੀ ਪੈਂਦੀ ਆ। ਤੇ ਇਹ ਤੇ ਬਹੁਤ ਸੌਖਾ ਵਿਸ਼ਾ ਆ ਕਿਸਾਨਾਂ ਲਈ। ਇਹ ਸਰਕਾਰ ਨੂੰ ਜੇ ਲੱਗਦਾ ਹੈ ਕਿ ਉਹਨਾਂ ਨੇ ਅੱਕ ਜਾਣਾ ਜਾਂ ਥੱਕ ਜਾਣਾ ਤੇ ਉਹ ਕਿਸੇ ਮੁਗਾਲਤੇ 'ਚ ਆ, ਜਾਂ ਫਿਰ ਉਹ ਇਹ ਸੋਚਦੇ ਉਹਨਾਂ ਲੋਕਾਂ ਦੀ ਆ ਜਿਹੜੇ ਖੇਤੀ ਨਾਲ ਜੁੜੇ ਨਹੀਂ ਹੋਏ। ਤੇ ਗੁਰਨਾਮ ਸਿੰਘ ਬਿਲਗਾ ਜੀ, ਗੱਲ ਤੁਹਾਡੇ ਵੱਲ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਹੋਰ ਕੋਈ ਵੱਡੇ ਨੇਤਾ, ਕੋਈ ਵੀ ਕਿਤੇ ਘਟਨਾ ਹੁੰਦੀ ਹੈ, ਵਿਦੇਸ਼ 'ਚ ਹੋਵੇ ਜਾਂ ਦੇਸ਼ 'ਚ ਹੋਵੇ, ਫਟਾਫਟ ਟਵੀਟ ਕਰਦੇ ਨੇ। ਇੰਨਾ ਵੱਡਾ ਇਕੱਠ ਦੇਖ ਕੇ ਉਹਨਾਂ ਨੂੰ ਨਹੀਂ ਲੱਗਿਆ ਕਿ ਸਾਡੇ ਦੇਸ਼ ਦਾ ਏਕਾ ਵਾਪਸ ਆ ਗਿਆ ਤੇ ਚਲੋ ਅਸੀਂ ਇਹਨਾਂ ਦੀ ਗੱਲ ਸੁਣ ਲਈਏ? ਉਹ ਕੁਝ ਬੋਲੇ ਕਿ ਨਹੀਂ? ਪਰਮਿੰਦਰ ਜੀ, ਤੁਸੀਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਆ ਤਾਂ ਉਹਨਾਂ ਨੂੰ ਤਾਂ ਪਿਛਲੇ 9 ਮਹੀਨੇ 'ਚ ਕੁਝ ਦਿਸਿਆ ਹੀ ਨਹੀਂ ਹੈ। ਉਹਨਾਂ ਨੂੰ ਅਫਗਾਨਿਸਤਾਨ ਵਿੱਚ ਘਟਨਾ ਵਾਪਰਦੀ ਦਿਸ ਜਾਂਦੀ ਜਾਂ ਹੋਰ ਦੇਸ਼ਾਂ ਤੱਕ ਦਿਸ ਜਾਂਦੀਆਂ। ਜਿਹੜੇ 25-30 ਕਿਲੋਮੀਟਰ ਦੂਰ ਬਾਰਡਰਾਂ ਤੇ ਬੈਠੇ ਉਹ ਨਹੀਂ ਦਿਸਦੇ। ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਟੇਜ ਤੋਂ ਵੱਡੇ ਬੁਲਾਰੇ ਜਿਹੜੇ ਸੀ, ਇਹਨਾਂ ਵਿੱਚ ਬਲਵੀਰ ਸਿੰਘ ਰਾਜੇਵਾਲ, ਮੇਧਾ ਪਾਟਕਰ, ਜੋਗਿੰਦਰ ਯਾਦਵ ਜੀ, ਜਗਜੀਤ ਸਿੰਘ ਡੱਲੇਵਾਲ ਤੇ ਕਹਿ ਸਕਦੇ ਹਾਂ ਕਿ ਰਕੇਸ਼ ਟਕੈਤ ਜਾਂ ਨਰੇਸ਼ ਟਕੈਤ, ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਟਕੈਤ ਦੇ ਪ੍ਰਧਾਨ ਨੇ। ਇਹ ਸਾਰੇ ਵੱਡੇ ਲੀਡਰਾਂ ਨੇ ਵੱਖ-ਵੱਖ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਬੀਜੇਪੀ ਦੀ ਸਰਕਾਰ ਨੇ 7 ਸਾਲਾਂ ਦੇ ਵਿੱਚ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਨੂੰ ਇੱਕ ਦੂਸਰੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਵੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ 9 ਮਹੀਨੇ ਦੀ ਇਹ ਆ ਵੀ ਅਸੀਂ ਲੋਕਾਂ ਨੂੰ ਇਕਮੁੱਠ ਕਰਨ ਦੀ, ਅਸੀਂ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਆ। ਉਹ ਤੋੜਨਗੇ, ਅਸੀਂ ਜੋੜਾਂਗੇ, ਜਿੱਦਾਂ ਦੇ ਨਾਰੇ ਉੱਥੇ ਲਾਏ ਗਏ ਆ। ਫਿਰ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਬਈ ਜਿਹੜੇ ਇਹ ਜੋਗੀ ਹੈ, ਜੋਗੀ ਨਹੀਂ ਜੇ ਢੋਂਗੀ ਹੈ, ਜੋਗਿੰਦਰ ਯਾਦਵ ਦੇ ਸੀਗੇ ਵੀ ਇਹ ਜਿਹੜਾ ਵੀ ਇਹ
ਸਾਨੂੰ ਰਾਸ ਰਚ ਕੇ ਦਿਖਾਉਂਦੇ ਆ, ਜੀ ਐਕਚੁਅਲੀ ਉਹ ਗਰਾਊਂਡ ਤੇ ਜੇ ਸਾਨੂੰ ਸੇਵਾਵਾਂ ਦੇਣ ਤੇ ਸਾਨੂੰ ਕਦੀ ਵੀ ਬਾਰਡਰਾਂ ਤੇ ਜਾਂ ਅੰਦੋਲਨ ਕਰਨ ਦੀ ਜ਼ਰੂਰਤ ਨਾ ਪਵੇ। ਜੀ ਇਦਾਂ ਦੇ ਨਾਅਰੇ ਉੱਥੋਂ ਦਿੱਤੇ ਗਏ ਕਿ ਭਾਈਚਾਰਾ ਜਿੰਨਾ ਮਜ਼ਬੂਤ ਹੋਇਆ ਇਸ ਕਿਸਾਨੀ ਅੰਦੋਲਨ ਦੇ ਨਾਲ, ਇਹ ਰਾਜਨੀਤਿਕ ਲੀਡਰਾਂ ਨੂੰ ਨਾ ਤਾਂ ਪਹਿਲਾਂ ਬਾਰਾ ਖਾਂਦਾ ਸੀ ਇੰਨੀ ਮਜ਼ਬੂਤੀ ਭਾਈਚਾਰਿਆਂ ਦੀ, ਤੇ ਨਾ ਇਹ ਗਾਂ ਹੀ ਖਾਣੀ ਆ। ਪਰ ਉਹਨਾਂ ਨੇ ਉੱਥੇ ਦੇ ਇਕੱਠ ਦੇਖ ਕੇ ਲੋਕਾਂ ਨੂੰ ਵੀ ਇਹ ਕਿਹਾ ਵੀ 2022 ਜਾਂ 2024 ਦੀ ਜਿਹੜੀ ਮੋਰੀ ਇਲੈਕਸ਼ਨ ਆਉਂਦੀ ਆ, ਉਹਦੇ ਵਿੱਚ ਜੇਕਰ ਇਹ ਹਿੰਦੂ ਮੁਸਲਮ ਦਾ ਕਾਰਡ ਖੇਲਣ ਤੋਂ ਬਿਨਾਂ ਇਹਨਾਂ ਕੋਲ ਕੋਈ ਹੋਰ ਕਾਰਡ ਹੋਇਆ, ਉਹ ਤਾਂ ਇਹ ਚਲਾ ਸਕਦੇ ਆ, ਪਰ ਹੁਣ ਲੋਕਾਂ ਨੂੰ ਲੜਾ ਨਹੀਂ ਸਕਦੇ, ਲੋਕਾਂ ਦੇ ਵਿੱਚ ਹੁਣ ਅੱਗ ਨਹੀਂ ਲਾ ਸਕਦੇ। ਪਰ ਜਿਹੜੀ ਸੱਤਾ ਹੁੰਦੀ ਪਰਮਿੰਦਰ, ਉਹ ਸੱਤਾ ਹਮੇਸ਼ਾ ਹੀ ਆਪਣਾ ਬਾਰਾ ਖਾਂਦਾ ਭਾਅ ਦੇਖਦੀ ਆ। ਜਿਹੜੀ ਚੀਜ਼ ਉਸ ਵੇਲੇ ਇਲੈਕਸ਼ਨ ਦੇ ਲਾਗੇ ਆਣ ਕੇ ਸੱਤਾ ਨੂੰ ਬਾਰਾ ਖਾਂਦੀ ਆ, ਸੱਤਾ ਫਿਰ ਉਹੀ ਕਰਦੀ ਆ। ਜਿਵੇਂ ਕਿ ਆਪਾਂ ਦੇਖਦੇ ਪਿਛਲੀ ਵਾਰੀ ਪਰਸੈਪਸ਼ਨ ਇਦਾਂ ਦੀ ਬਣ ਲਈ ਸੀ ਵੀ ਸਰਕਾਰ ਜਿਹੜੀ ਆ ਕੇਂਦਰ ਦੀ ਰਿਪੀਟ ਨਹੀਂ ਹੋ ਰਹੀ, ਪਰ ਇੱਕ ਘਟਨਾ ਵਾਪਰੀ ਆ ਜੰਮੂ ਕਸ਼ਮੀਰ 'ਚ, ਜਿਹੜੇ ਆਪਣੇ ਨੌਜਵਾਨ ਸ਼ਹੀਦ ਹੋਏ ਆ, ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਅਖਬਾਰਾਂ ਦੇ ਵਿੱਚ ਬੜੇ-ਬੜੇ ਲੇਖ ਲੱਗੇ ਆ ਵੀ ਉਹ ਜਿਹੜੀ ਘਟਨਾ ਵਾਪਰੀ ਉਹਦੇ ਪਿੱਛੇ ਕੀ ਕੁਝ ਹੋਇਆ ਆ, ਤੇ ਉਹਨਾਂ ਦੇ ਸਿਰ ਤੇ ਸਰਕਾਰਾਂ ਬਣੀਆਂ ਮੁੜ ਕੇ। ਇਸ ਕਰਕੇ ਕੱਲ ਜਿਹੜੇ ਉੱਥੇ ਲੋਕਾਂ ਦੇ ਜਿਹੜੇ ਆਪਣੇ ਇਕੱਠੇ ਹੋਏ ਸੀ, ਉਹ ਸਾਰਿਆਂ ਦੇ ਬਿਆਨ ਇੱਕੋ ਹੀ ਸੀ ਵੀ ਅਸੀਂ ਜਿਹੜੀ ਆ ਲੋਕਾਂ ਨੂੰ ਜੋੜਨ ਦੇ ਵਿੱਚ ਕਾਮਯਾਬ ਹੋਏ ਆ। ਔਰ ਦੂਸਰੀ ਰਾਕੇਸ਼ ਟਕੈਤ ਨੇ ਸਭ ਨੂੰ ਵੱਡੀ ਗੱਲ ਕਹੀ ਆ ਵੀ ਇਸ ਵੇਲੇ ਜਿਹੜਾ ਯੂਪੀ ਨੂੰ ਬਾਹਰੀ ਲੋਕ ਇਹ ਕਿਹਾ ਵੀ ਜੋਗੀ ਉਹ ਸਾਡੇ ਪ੍ਰਾਂਤ ਦਾ ਨਹੀਂ ਹੈ, ਉਹ ਸਾਡੇ ਪ੍ਰਾਂਤ ਤੇ ਲਿਆਣ ਕੇ ਮੁੱਖ ਮੰਤਰੀ ਥੋਪਿਆ ਗਿਆ ਆ, ਉਹ ਆਪਣੀ ਸਟੇਟ ਉੱਤਰਾਖੰਡ ਵਿੱਚ ਜਾਵੇ ਵੀ ਉਹ ਵੀ ਬਾਹਰੀ ਆ, ਉਹ ਵੀ ਸਾਨੂੰ ਮਤਲਬ ਯੂਪੀ ਨੂੰ ਖੱਜਲ ਕਰ ਰਿਹਾ ਆ। ਇਸੇ ਤਰ੍ਹਾਂ ਕਿ ਉਹਨੇ ਕਿਹਾ ਵੀ ਜਿਹੜਾ ਗੁਜਰਾਤ ਤੋਂ ਆਣ ਕੇ ਪ੍ਰਧਾਨ ਮੰਤਰੀ ਸਾਡੀ ਜਿਹੜੀ ਆ ਵਾਰਾਣਸੀ ਸੀਟ ਤੋਂ ਲੜ ਕੇ ਉੱਤਰ ਪ੍ਰਦੇਸ਼ ਦੀ, ਤੇ ਉਹ ਪ੍ਰਧਾਨ ਮੰਤਰੀ ਬਣਿਆ। ਦੋਨੇ ਹੀ ਲੋਕ ਜਿਹੜੇ ਆ ਉੱਤਰ ਪ੍ਰਦੇਸ਼ ਦੇ ਵਿੱਚ ਬਾਹਰੀ ਆਏ ਹੋਏ ਨੇ। ਇਸੇ ਕਰਕੇ ਦੇਸ਼ ਦਾ ਇਹ ਹਾਲ ਆ, ਇਸੇ ਕਰਕੇ ਯੂਪੀ ਦੇ ਕਿਸਾਨਾਂ ਦਾ ਇਹ ਹਾਲ ਆ। ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਉੱਥੇ ਲੋਕਾਂ ਦੇ ਵਿੱਚ ਇੱਕ ਸਾਂਝ ਬਣੀ ਆ, ਘਰ ਲੋਕਾਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਘਰ ਦੇ ਮੂਹਰੇ ਕੋਈ ਡਰਮ ਰੱਖ ਕੇ ਪਾਣੀ ਪਿਲਾ ਰਿਹਾ, ਕੋਈ ਆਪਣੀ ਸਮਰੱਥਾ ਮੁਤਾਬਕ ਜਿਹੜਾ ਉੱਥੇ ਲੋਕਾਂ ਨੇ ਲੋਕਲ ਸਾਥ ਦਿੱਤਾ ਕਿਸਾਨਾਂ ਦਾ। ਉਹ ਤੋਂ ਦੇਖ ਕੇ ਲੱਗਦਾ ਆ ਕਿ ਇਸ ਵੇਲੇ ਯੂਪੀ ਦੇ ਵਿੱਚ 2017 ਤੋਂ ਬਾਅਦ 2022 ਦਾ ਜਿਹੜਾ ਸਮਾਂ ਆ ਉਹ ਬਹੁਤ ਭਿੰਨ ਦਿਖ ਰਿਹਾ ਹੈ। ਤੇ ਇਹ ਜਿਹੜੀ ਬਿਲਟ ਆ, ਜਿਵੇਂ ਸ਼ਰਮਾ ਜੀ ਨੇ ਵੀ ਗੱਲ ਕਹੀ ਆ, ਸਹਾਰਨਪੁਰ ਤੋਂ ਸ਼ੁਰੂ ਹੋ ਜਾਂਦਾ ਹੈ। ਸਹਾਰਨਪੁਰ, ਮੁਜ਼ੱਫਰਨਗਰ, ਸ਼ਾਮਲੀ, ਬਾਗਪਤ, ਮੇਰਠ, ਅੱਗੇ ਗਾਜ਼ੀਆਬਾਦ ਆ ਗਿਆ, ਤੇ ਇਹ ਚਲਦੀ ਬਿਲਟ ਜਿਹੜੀ ਹੈ ਇਹ ਆਗਰਾ ਤੱਕ ਚਲ ਜਾਂਦੀ। ਇਹ ਕਿਸਾਨੀ ਬਿਲਟ ਹੀ ਜ਼ਿਆਦਾ ਮੰਨੀ ਜਾਂਦੀ ਆ। ਇਸ ਧਰਤੀ ਦੇ ਉੱਤੇ ਚੌਧਰੀ ਚਰਨ ਸਿੰਘ ਦਾ ਵੀ ਖੇਤੀ ਅੰਦੋਲਨਾਂ ਨੂੰ ਲੈ ਕੇ ਕਹਿ ਸਕਦੇ ਜਾਂ ਉੱਥੇ ਦੀ ਰਾਜਨੀਤੀ ਦੇ ਵਿੱਚ ਬਹੁਤ ਅਹਿਮ ਹਿੱਸਾ ਵੀ ਰਿਹਾ, ਯੋਗਦਾਨ ਵੀ ਰਿਹਾ। ਮਹਿੰਦਰ ਸਿੰਘ ਟਕੈਤ ਵੀ ਇਸ ਇਲਾਕੇ ਦੇ ਵਿੱਚ ਆਪਣਾ ਖੇਤੀ ਦੇ ਮਸਲਿਆਂ ਨੂੰ ਲੈ ਕੇ ਆਪਣਾ ਇੱਕ ਵੱਡੀ ਨਾਂ ਰੱਖਦੇ ਆ। ਤੇ ਇਸ ਵੇਲੇ ਤੁਸੀਂ ਦੇਖਿਆ ਕਿ ਜਦੋਂ ਰਾਕੇਸ਼ ਟਕੈਤ ਨੇ 28 ਜਨਵਰੀ ਨੂੰ ਇੱਕੋ ਹੀ ਕਾਲ ਦਿੱਤੀ ਕਿ ਇਸ ਵੇਲੇ ਸਾਨੂੰ ਇੱਥੇ ਮਾਰਨਾ ਆ ਪਏ ਆ ਗਾਜੀਪੁਰ ਬਾਰਡਰ ਤੇ ਖਾਪ ਪੰਚਾਇਤਾਂ ਜਿਹੜੀਆਂ ਸੀ ਉਹ ਲੱਖਾਂ ਲੋਕ ਜਿਹੜੇ ਸੀ, ਹਜ਼ਾਰਾਂ ਲੋਕ ਜਿਹੜੇ ਸੀ, ਦੁਬਾਰਾ ਮਤਲਬ ਰਾਤੋਂ ਰਾਤ ਉਸ ਬਾਰਡਰਾਂ ਤੇ ਪਹੁੰਚ ਗਏ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਆ ਕਿ ਜਿਸ ਤਰ੍ਹਾਂ ਦਾ ਕੱਲ ਦਾ ਇਕੱਠ ਸੀ ਉਹ ਬਹੁਤ ਇਤਿਹਾਸਕ ਇਕੱਠ ਹੋਇਆ। ਇੱਕ ਪਰਮਿੰਦਰ ਉੱਥੇ ਹੋਰ ਬੜੀ ਮਿੱਥ ਮੰਨੀ ਗਈ, ਕਿਉਂਕਿ ਅਸੀਂ ਇੱਕ ਦਿਨ ਪਹਿਲਾਂ ਚਲੇ ਗਏ ਸੀ, ਅਸੀਂ ਲੋਕਲ ਲੋਕਾਂ ਨਾਲ ਰਾਬਤੇ ਕੀਤੇ, ਲੋਕਲ ਲੋਕਾਂ ਦੇ ਉੱਥੇ ਸੁਭਾਅ ਜਾਣੇ ਵੀ ਕੀ ਸੋਚਦੇ ਆਮ ਲੋਕ ਜਿਹੜੇ ਆ। ਉੱਥੇ ਇੱਕ ਮਿੱਥ ਮੰਨੀ ਜਾਂਦੀ ਆ, ਜਿੱਦਾਂ ਆਪਾਂ ਕੋਈ ਕਿਸੇ ਗੱਲ ਦੀ ਮਿੱਥ ਮੰਨ ਲਈਏ ਬਈ ਇਹ ਜਿਹੜਾ ਮੁਜ਼ੱਫਰਨਗਰ ਦੇ ਵਿੱਚ ਗੌਰਮੈਂਟ ਇੰਟਰ ਕਾਲਜ ਦੀ ਗਰਾਊਂਡ ਆ, ਜਦੋਂ ਵੀ ਇੱਥੇ ਸੱਤਾ ਦੇ ਖਿਲਾਫ ਕੋਈ ਧਰਨਾ ਮੁਜ਼ਾਹਰਾ ਰੈਲੀ ਹੋਈ ਆ ਔਰ ਉਹ ਰੈਲੀ ਦੇ ਵਿੱਚ ਗਰਾਊਂਡ ਪੂਰੀ ਭਰ ਜਾਵੇ, ਤੇ ਉਹ ਜਿਸ ਪਾਰਟੀ ਦੀ ਜੇ ਸੱਤਾ ਦੇ ਖਿਲਾਫ ਉਹ ਪ੍ਰਦਰਸ਼ਨ ਹੁੰਦਾ ਆ, ਉਹ ਪਾਰਟੀ ਜਿਹੜੀ ਆ ਉਹ ਦੁਬਾਰਾ ਕਦੀ ਸੱਤਾ 'ਚ ਨਹੀਂ ਆਉਂਦੀ ਫਿਰ ਮੁੜ ਕੇ। ਮਤਲਬ ਚਾਹੇ ਬਸਪਾ ਹੋਵੇ ਚਾਹੇ ਸਮਾਜਵਾਦੀ ਪਾਰਟੀ ਹੋਵੇ, ਇਹ ਉੱਥੋਂ ਦੇ ਲੋਕਾਂ ਦੀ ਮਿੱਥ ਬਣੀ ਆ। ਹਾਂਜੀ ਪਰਵਿੰਦਰ ਜੀ, ਚਲੋ ਇਹ ਮਿੱਥ ਪੱਕੀ ਕਾਮਯਾਬ ਹੋਵੇ, ਇਹ ਸਾਰੇ ਕਿਸਾਨ ਦੁਆ ਕਰਨਗੇ ਕਿਉਂਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਇਨਸਾਨ ਸੋਚੋ ਕਿ ਇੱਕ ਦਿਨ ਘਰੋਂ ਬਾਹਰ ਰਹਿਣਾ ਪੈ ਜਾਏ ਤੇ ਕਿੰਨਾ ਔਖਾ ਲੱਗਦਾ ਹੈ, ਤੇ 9 ਮਹੀਨੇ ਦਾ ਲੰਮਾ ਸਫ਼ਰ ਕਿਸਾਨ ਆਪਣੇ ਘਰਾਂ ਤੋਂ ਦੂਰ, ਕਾਰੋਬਾਰ ਨੂੰ ਤਿਆਗ ਕੇ, ਬੱਚਿਆਂ ਦੀ ਪੜ੍ਹਾਈ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਜੁਟੇ ਹੋਏ ਨੇ। ਤੇ ਗੱਲ ਫੇਰ ਸਿਆਸਤ ਦੀ ਆਉਂਦੀ ਹੈ। ਸਿਆਸਤਦਾਨ ਆਪਣੀ ਸਿਆਸਤ ਦਾ ਪੱਤਾ ਖੇਡਣੋਂ ਪਿੱਛੇ ਨਹੀਂ ਹਟਦੇ। ਤੇ ਅੰਮ੍ਰਿਤਪਾਲ ਸ਼ਰਮਾ ਜੀ ਦੱਸੋ ਵੀ ਇਸ ਕਿਸਾਨ ਮਹਾ ਰੈਲੀ ਤੋਂ ਬਾਅਦ ਕੋਈ ਹੋਰ ਵੱਡੇ ਆਗੂਆਂ ਨੇ ਬਿਆਨ ਜਾਰੀ ਕੀਤੇ ਕਿ ਬਸ ਚੁੱਪਚਾਪ ਇਸ ਮੇਲੇ ਨੂੰ ਦੇਖਿਆ ਉਹਨਾਂ ਨੇ? ਨਹੀਂ ਜੀ, ਸਿਆਸਤ ਕਦੇ ਵੀ ਨਹੀਂ ਇਦਾਂ ਹੁੰਦੀ ਕਿ ਉਹ ਚੁੱਪਚਾਪ ਮੇਲਾ ਦੇਖਣ। ਤੇ ਇੰਨੀ ਵੱਡੇ ਲੋਕਾਂ ਦਾ ਇਕੱਠ ਸੀ, ਤੇ ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ GIC ਦੀ ਗਰਾਊਂਡ ਕਹਿੰਦੇ ਜਦੋਂ ਭਰਦੀ ਆ ਤੇ ਉਹ ਸੱਤਾ ਪਰਿਵਰਤਨ ਕਰਕੇ ਹੀ ਸਾਹ ਲੈਂਦੀ ਆ। ਇਹ ਵੈਸਟਰਨ ਯੂਪੀ ਦੇ 16-17 ਜ਼ਿਲ੍ਹੇ ਅਸੀਂ ਇਹਨਾਂ ਨੂੰ ਵੱਖ-ਵੱਖ ਮੌਕਿਆਂ ਤੇ ਪੂਰਾ
ਚੰਗੀ ਤਰ੍ਹਾਂ ਛਾਣਿਆ ਹੋਇਆ। ਜੀ ਕੱਲੇ ਸ਼ਹਿਰ ਬਾਰੇ ਅਸੀਂ ਚੰਗੀ ਜਾਣਕਾਰੀ ਰੱਖਦੇ ਹਾਂ। ਮੈਨੂੰ ਉੱਥੇ 2-3 ਵਾਰ ਜਾਣ ਦਾ ਮੌਕਾ ਮਿਲਿਆ। ਕੁਝ ਸਰਕਾਰੀ ਪ੍ਰੋਜੈਕਟ ਸੀ ਜਾਂ ਕੁਝ ਹੋਰ ਅਸੀਂ ਕੰਮ ਕਰਦੇ ਸੀ, ਘੁੰਮਦੇ ਰਹੇ ਉੱਥੇ। ਪਿਛਲੀਆਂ ਇਲੈਕਸ਼ਨਸ ਦੇ ਦੌਰਾਨ ਵੀ ਅਸੀਂ ਇਹਨਾਂ ਨੂੰ ਘੁੰਮਿਆ ਸੀ ਤੇ ਉਸ ਤੋਂ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਅਸੀਂ ਉੱਥੇ ਸੀ। ਤੇ ਇਹ ਜਿਹੜਾ ਇਲਾਕਾ ਆ ਇਹਨੂੰ ਜਾਟਲੈਂਡ ਵੀ ਕਿਹਾ ਜਾਂਦਾ। ਤੇ ਟਕੈਤ ਸਾਹਿਬ ਦਾ ਉੱਥੇ ਇਹਨਾਂ ਦੇ ਬਾਬਾ ਟਕੈਤ ਦਾ ਵੀ ਉੱਥੇ ਜ਼ੋਰ ਰਿਹਾ ਤੇ ਚੌਧਰੀ ਚਰਨ ਸਿੰਘ ਦਾ ਵੀ ਬਹੁਤ ਜ਼ੋਰ ਰਿਹਾ। ਹਾਲਾਂਕਿ ਉਹਨਾਂ ਦੇ ਬੇਟੇ ਅਜੀਤ ਕੋਲੋਂ ਉਹ ਜਿਹੜੀ ਸੀ ਵਿਰਾਸਤ ਉਹਨੇ ਤਰੀਕੇ ਨਾਲ ਸੰਭਾਲੀ ਨਹੀਂ ਗਈ ਤੇ ਹੁਣ ਜਯੰਤ ਚੌਧਰੀ ਉੱਥੇ ਆਪਣੇ ਪੈਰ ਜਿਹੜੇ ਨੇ ਜ਼ਰੂਰ ਟਿਕਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ, ਪਰ ਸਮੱਸਿਆਵਾਂ ਉਹਨਾਂ ਕੋਲ ਬਹੁਤ ਨੇ। ਪਰ ਫਿਰ ਵੀ ਉੱਥੇ ਜਿਹੜਾ ਇਹਨਾਂ ਦਾ ਇੱਕ ਵੋਟ ਬੈਂਕ ਆ ਉਹ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਰਹਿੰਦਾ। ਹਾਲਾਂਕਿ ਟਕੈਤ ਸਾਹਿਬ ਇਹ ਗੱਲ ਕਈ ਵਾਰ ਕਹਿੰਦੇ ਆ ਕਿ ਸਾਡੀ ਕੋਈ ਪੋਲੀਟੀਕਲ ਸੈਟਅਪ ਨਹੀਂ ਹੈ, ਪਰ ਬਿਲਗਾ ਸਾਹਿਬ ਨੇ ਉੱਥੇ ਲੋਕਾਂ ਨੂੰ ਮਿਲਿਆ ਤੇ ਇਹਨਾਂ ਨੇ ਦੇਖਿਆ ਹੋਵੇਗਾ ਤੇ ਮੇਰੀ ਵੀ ਕੁਝ ਲੋਕਾਂ ਨਾਲ ਵੈਸੇ ਗੱਲ ਹੋਈ ਉੱਥੇ। ਤੇ ਇਹ ਗੱਲ ਕਹੀ ਜਾਂਦੀ ਆ ਕਿ ਜਦੋਂ ਉੱਥੇ ਪਿਛਲੀਆਂ ਇਲੈਕਸ਼ਨਸ ਹੀ ਹੋਈਆਂ ਤੇ ਉਦੋਂ ਮਹਿੰਦਰ ਜਿਹੜੇ ਟਕੈਤ ਸਾਹਿਬ ਦਾ ਜਿਹੜਾ ਸੰਗਠਨ ਆ ਉਹ ਬੀਜੇਪੀ ਦੇ ਹੱਕ 'ਚ ਰਿਹਾ। ਉੱਥੇ ਸੰਜੀਵ ਬਾਲੀਆਨ ਦੇ ਹੱਕ 'ਚ ਭੁਗਤਿਆ ਇਹ ਚੌਧਰੀ ਅਜੀਤ ਦੇ ਖਿਲਾਫ। ਸੋ ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ, ਪਰ ਹੁਣ ਜੋ ਅੱਜ ਤੱਕ ਦੇ ਸਿਨੈਰੀਓ ਆ ਉੱਥੇ ਇਹ ਜਿਹੜੀ ਧਿਰਿਆ ਇਹ ਬਹੁਤ ਸੰਗਠਿਤ ਮੰਨੀ ਜਾ ਰਹੀ ਆ। ਤੇ ਵੈਸਟਰਨ ਯੂਪੀ ਦੇ ਵਿੱਚ ਤਾਂ ਇਹ ਬੀਜੇਪੀ ਨੂੰ ਨਿਸ਼ਚਿਤ ਤੌਰ ਤੇ ਬਿਲਕੁਲ ਬਿਨਾਂ ਕਿਸੇ ਸ਼ੱਕ ਵੱਡੀ ਢਾਹ ਲਾਉਣਗੇ। ਪਰ ਉਹਦੇ ਵਿੱਚ ਹੋਰ ਵੀ ਕਾਫੀ ਚੀਜ਼ਾਂ ਦੇਖੀਆਂ ਜਾ ਰਹੀਆਂ ਕਿਉਂਕਿ ਸਰਕਾਰ ਜਿਹੜੀ ਆ ਪਰਮਿੰਦਰ ਜੀ ਤੁਸੀਂ ਜਾਣਦੇ ਆ ਉਹਨਾਂ ਕੋਲ ਵੀ ਬਹੁਤ ਸਾਰੇ ਪੈਂਤਰੇ ਹੁੰਦੇ ਨੇ। ਅਸੀਂ ਕੱਲ ਵੀ ਉੱਥੇ ਬਹੁਤ ਲੋਕਾਂ ਨੂੰ ਸੁਣਿਆ ਕਿ ਗੰਨੇ ਦੇ ਭਾਅ ਨੂੰ ਲੈ ਕੇ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਖੇਤੀ ਦੇ ਹੱਕ ਦੇ ਵਿੱਚ ਜੇ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕਰਦੀ ਆ ਤੇ ਜਿਹੜਾ ਪਾਸਾ ਆ ਉਹ ਥੋੜਾ ਬਹੁਤਾ ਪਲਟ ਵੀ ਸਕਦਾ। ਪਰ ਫਿਰ ਵੀ ਉੱਥੇ ਜਿਹੜੀ ਹਾਲ ਦੀ ਘੜੀ ਜਿਹੜੀ ਸੰਗਠਨ ਆ ਕਿਸਾਨ ਅੰਦੋਲਨ ਦਾ ਜਿਹੜਾ ਉੱਥੇ ਹੈਗਾ ਆ ਜਾਂ ਮਹਿੰਦਰ ਸਿੰਘ ਟਕੈਤ ਦੀ ਫੈਮਿਲੀ ਦੇ ਜਿਹੜੇ ਲੋਕ ਅੱਗੇ ਉਸ ਚੀਜ਼ ਨੂੰ ਲੈ ਕੇ ਵੱਧ ਰਹੇ ਨੇ ਕਿਸਾਨਾਂ ਦੇ ਹੱਕ 'ਚ ਤੇ ਪੂਰੇ ਭਾਰਤ 'ਚ ਜਿੱਦਾਂ ਦੀ ਉਹਦੀ ਇੱਕ ਹਵਾ ਜੀ ਬਣ ਰਹੀ ਆ ਉਹ ਇਸ ਸਰਕਾਰ ਨੂੰ ਪਰੇਸ਼ਾਨ ਜ਼ਰੂਰ ਕਰੂਗੀ। ਤੁਸੀਂ ਹੁਣ ਜਿਹੜੀ ਗੱਲ ਕੀਤੀ ਉੱਥੋਂ ਦੇ ਲੋਕਾਂ ਦੇ ਬਿਆਨ, ਉੱਥੇ ਇੱਕ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਮੈਨੂੰ ਜਿਹੜਾ ਜ਼ਿਆਦਾ ਉਹਦੇ 'ਚ ਚੰਗਾ ਲੱਗਿਆ ਜਾਂ ਸਮਝ ਲਓ ਕਿ ਉਹਦੇ 'ਚ ਸਮਝ ਆਈ ਕਿ ਲੋਕ ਹਾਲੇ ਵੀ ਬੀਜੇਪੀ ਵਾਲੇ ਪਾਸੇ ਨੂੰ ਕਈ ਲੋਕ ਚੰਗੇ ਤਰੀਕੇ ਨਾਲ ਵੀ ਦੇਖ ਰਹੇ ਨੇ। ਉਹਦੇ ਵਿੱਚ ਸੀ ਗੱਲ ਜਿਹੜੀ ਟਕੈਤ ਸਾਹਿਬ ਦੇ ਭਰਾ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ, ਨਰੇਸ਼ ਟਕੈਤ ਨੇ ਰਾਜਨਾਥ ਦੀ ਚੰਗੀ ਸਿਫਤ ਕੀਤੀ। ਬਿਲਕੁਲ, ਕਿਉਂਕਿ ਉਹ ਉਸੇ ਹਲਕੇ 'ਚੋਂ ਨੇ ਜਾਂ ਉਸੇ ਖਿੱਤੇ ਦੇ ਵੀ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਟਕੈਤ ਸਾਹਿਬ ਉਹਨਾਂ ਨੂੰ ਰਾਜਨਾਥ ਨੂੰ ਮਿਲਣ ਗਏ ਤੇ ਉਹਨਾਂ ਨੇ ਸਾਡਾ ਬਹੁਤ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਤੁਸੀਂ ਰੱਬ ਰੂਪ ਆਇਓ, ਕਿਸਾਨ ਬਹੁਤ ਚੰਗੇ ਲੋਕ ਨੇ। ਪਰ ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਕਿਉਂਕਿ ਰਾਜਨਾਥ ਸਾਹਿਬ ਦੀ ਸਰਕਾਰ ਦੇ ਵਿੱਚ ਜਿਹੜੀ ਆ ਉਹ ਸੁਣੀ ਨਹੀਂ ਜਾਂਦੀ। ਇਹਦੇ ਨਾਲ ਹੀ ਦੂਸਰਾ ਬਿਆਨ ਜਿਹੜਾ ਸੀਗਾ ਉਹ ਵਰੁਣ ਗਾਂਧੀ, ਮੇਨਕਾ ਗਾਂਧੀ, ਸੰਜੇ ਗਾਂਧੀ, ਉਹ ਜਿਹੜੀ ਤੀਸਰੀ ਪੀੜ੍ਹੀ ਆ ਗਾਂਧੀ ਖਾਨਦਾਨ ਦੀ, ਚੌਥੀ ਕਹਿ ਲਓ ਜਾਂ ਪੰਜਵੀਂ ਵੀ ਤੁਸੀਂ ਕਹਿ ਸਕਦੇ ਆ, ਇੰਦਰਾ ਗਾਂਧੀ ਤੋਂ ਅੱਗੇ ਚੱਲਦੇ ਉਹਨਾਂ ਨੇ ਵੀ ਇਸ ਅੰਦੋਲਨ ਨੂੰ ਤੇ ਇਸ ਇਕੱਠ ਨੂੰ ਮੋਦੀ ਸਰਕਾਰ ਨੂੰ ਦੇਖਣ ਦੀ ਅਪੀਲ ਕੀਤੀ ਤੇ ਧਿਆਨ ਦਿਵਾਇਆ ਕਿ ਤੁਸੀਂ ਇੰਨਾ ਵਿਰੋਧ ਜਿਹੜਾ ਆ ਉਹ ਸਹਿ ਨਹੀਂ ਸਕੋਗੇ। ਨਾਲ ਦੀ ਨਾਲ ਕੁਝ ਸੱਤਾਧਾਰੀ ਲੋਕਾਂ ਦੇ ਬਿਆਨ ਸੀ ਜਿਹੜੇ ਕੇਸ਼ੂ ਪ੍ਰਸਾਦ ਮੌਰੀਆ ਉੱਥੇ ਡਿਪਟੀ ਸੀਐਮ ਨੇ ਤੇ ਇੱਕ ਦੋ ਹੋਰ ਲੀਡਰਾਂ ਨੇ ਵੀ ਇਸ ਅੰਦੋਲਨ ਨੂੰ, ਇਸ ਇਕੱਠ ਨੂੰ, ਇਸ ਮਹਾਪੰਚਾਇਤ ਨੂੰ ਦੂਜੀਆਂ ਪਾਰਟੀਆਂ ਦੇ ਸਿਰ ਹੀ ਮੜਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਤੇ ਸਪਾ ਦਾ ਜਿਹੜਾ ਆ ਗਠਬੰਧਨ ਆ ਤੇ ਇਹ ਉਹਨਾਂ ਦੇ ਭੇਜੇ ਹੋਏ ਲੋਕ ਨੇ। ਦੇਖੋ ਇਹ ਸੱਤਾ ਦੇ ਵਿੱਚ ਪੱਕੇ ਪਕਾਏ ਬਿਆਨ ਹੁੰਦੇ ਨੇ, ਰਟੇ ਰਟਾਏ ਸ਼ਬਦ ਨੇ ਜਿਹੜੇ ਬੋਲ ਦਿੱਤੇ ਜਾਂਦੇ ਨੇ। ਪਰ ਬਿਲਗਾ ਸਾਹਿਬ ਇਹਦੇ ਬਾਰੇ ਥੋੜਾ ਜਿਹਾ ਦੱਸਣਗੇ ਕਿ ਕਿਵੇਂ ਸਰਕਾਰ ਦੇ ਵਿੱਚ ਇਸ ਇਕੱਠ ਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਜ਼ਰੂਰ ਵਧੀ ਹੋਈ ਆ। ਤੇ ਯੋਗੀ ਸਰਕਾਰ ਜਿਹੜੀ ਆ, ਚਾਹੇ ਉਹ ਯੋਗ ਹੈਗੇ ਆ ਚਾਹੇ ਅਯੋਗ ਆ, ਪਰ ਹਾਲ ਦੀ ਘੜੀ ਉਹ ਸੱਤਾ ਦੇ ਉੱਤੇ ਬੈਠੇ ਹੋਏ ਨੇ। ਉਹ ਪੰਚਾਇਤ ਇਲੈਕਸ਼ਨ ਜਦੋਂ ਤੋਂ ਉਹਨਾਂ ਨੇ ਹਾਰੀ ਆ ਉਦੋਂ ਤੋਂ ਹੀ ਉਹਨਾਂ ਦੀ ਜਿਹੜੀ ਪਰੇਸ਼ਾਨੀ ਆ ਉਹ ਵਧੀ ਹੋਈ ਆ। ਉਸ ਤੋਂ ਬਾਅਦ BL ਸੰਤੋਸ਼ ਜਿਹੜੇ ਸੰਗਠਨ ਮਹਾਮੰਤਰੀ ਨੇ ਬੀਜੇਪੀ ਦੇ, RSS ਤੋਂ ਇੱਕ ਬੰਦਾ ਹੁੰਦਾ ਜਿਹਨੂੰ ਸੰਗਠਨ ਮਹਾਮੰਤਰੀ ਕਿਹਾ ਜਾਂਦਾ, ਜਿਹੜਾ RSS ਤੇ ਬੀਜੇਪੀ ਦੇ ਵਿੱਚ ਇੱਕ ਸਮਨਵੈ ਬਣਾ ਕੇ ਚੱਲਦਾ ਕੜੀ ਹੁੰਦੀ ਆ। ਉਹਨਾਂ ਨੇ ਜਦੋਂ ਇੱਥੇ ਦੀ ਯਾਤਰਾ ਕੀਤੀ ਸੀ ਤੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਮਿਲਣ ਨੂੰ ਮਿਲੀਆਂ ਸੀ ਤੇ ਜਿਹਦੇ ਵਿੱਚ ਯੋਗੀ ਦਾ ਤੇ ਬਹੁਤ ਸਾਰੇ ਕੈਬਨਿਟ ਮਿਨਿਸਟਰਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਗੱਲਾਂ ਸੀ। ਪਰ ਉਸ ਤੋਂ ਬਾਅਦ ਉਹਨਾਂ ਨੇ ਉਹਦਾ ਜਿਹੜਾ ਆ ਇੱਕ ਕਵਰ ਜਿਹਾ ਕਰ ਲਿਆ ਸੀ, ਇੱਕ ਆਪਣੀ ਸਥਿਤੀ ਜਿਹੜੀ ਥੋੜੀ ਜਿਹੀ ਸੁਧਾਰ ਲਈ ਸੀ, ਚਾਹੇ ਉਹ ਬਲਪੂਰਵਕ ਤੇ ਧਨਪੂਰਵਕ ਹੀ ਸੀ ਕਿ ਪੰਚਾਇਤ ਚੋਣਾਂ ਹਾਰਨ ਤੋਂ ਬਾਅਦ ਵੀ ਜਿਹੜੇ ਪੰਚਾਇਤ ਪ੍ਰਮੁੱਖ ਬਣਾਉਣੇ ਸੀ, ਜਿਹੜੇ ਉਹ ਹੈੱਡ ਕਰਨੇ ਸੀ, ਉਹ 14 ਦੇ ਵਿੱਚੋਂ ਇਸੇ ਹਲਕੇ ਦੇ ਵਿੱਚ 13 ਉਹਨਾਂ ਨੇ ਜਿਹੜੇ ਆ ਉਹ ਆਪਣੇ ਬਣਾ ਲਏ ਸੀ। ਇਸ ਅਗਲੀਆਂ ਜਿਹੜੀਆਂ ਇਲੈਕਸ਼ਨ ਆ 22 ਦੇ ਵਿੱਚ ਜਿਹੜੀਆਂ ਹੋਣ ਜਾ ਰਹੀਆਂ ਯੂਪੀ ਦੇ ਵਿੱਚ ਵੀ, ਇਸ ਰੈਲੀ ਨੂੰ ਕਿਸਾਨਾਂ ਦਾ ਇੱਥੇ ਰੱਖਣ ਦਾ ਮਕਸਦ ਵੀ ਇਹੀ ਸੀ। ਇੱਕ ਤਾਂ ਉਹ ਜਾਟਲੈਂਡ ਸੀ ਤੇ ਇੱਥੇ ਇਹਨਾਂ ਦਾ ਇਕੱਠ ਚੰਗਾ ਹੋ ਜਾਣਾ ਸੀ। ਦੂਸਰਾ ਪੰਜਾਬ ਹਰਿਆਣਾ ਤੋਂ ਵੀ ਉਹ ਨੇੜੇ ਸੀ, ਰਾਜਸਥਾਨ ਤੋਂ ਵੀ ਬਹੁਤੀ ਦੂਰ ਨਹੀਂ ਸੀ ਉਹ ਇਲਾਕਾ, ਮੁਕਾਬਲਤਨ ਜੇ ਹਿੰਦੁਸਤਾਨ ਦੇ ਕਿਸੇ ਹੋਰ ਹਿੱਸੇ 'ਚ ਰੱਖੀ ਜਾਂਦੀ। ਤੇ ਇਹਦਾ ਇੱਕ ਵੱਡਾ ਡੈਂਟ ਜਿਹੜਾ ਆ ਜਾਂ ਇੱਕ ਵੱਡੀ ਪਰੇਸ਼ਾਨੀ ਜਿਹੜੀ ਆ ਉਹ ਯੋਗੀ ਸ਼ਾਹ ਤੇ ਮੋਦੀ ਸਾਹਿਬ ਨੂੰ ਜ਼ਰੂਰ ਹੋਵੇਗੀ।
ਆਉਣ ਵਾਲੇ ਦਿਨਾਂ 'ਚ ਕੀ ਹੁੰਦਾ, ਕਿਵੇਂ ਕੀ ਨਹੀਂ ਹੁੰਦਾ, ਇਹ ਗੱਲ ਵੱਖਰੇ ਰੂਪ 'ਚ ਦੇਖੀ ਜਾਊਗੀ, ਕਿਉਂਕਿ ਇਲੈਕਸ਼ਨਸ ਦੇ ਹੋਣ ਤੋਂ ਲੈ ਕੇ ਇਲੈਕਸ਼ਨਸ ਤੱਕ ਹਾਲੇ 3-4-5 ਮਹੀਨੇ ਹੈ ਨੇ। ਬਹੁਤ ਚੀਜ਼ਾਂ ਸਰਕਾਰਾਂ ਨੇ ਚੱਲਣੀਆਂ ਨੇ ਤੇ ਬਹੁਤ ਕੁਝ ਲੋਕਾਂ ਨੇ ਵੀ ਸੋਚਣਾ ਆ। ਪਰ ਜਿੱਦਾਂ ਅਸੀਂ ਦੇਖਿਆ ਸੀ ਕਿ ਕਰੋਨਾ ਇੱਕ ਵੱਡੀ ਗੱਲ ਸਾਹਮਣੇ ਆਈ ਹੈ, ਇੱਦਾਂ ਹੀ ਇਸ ਖਿੱਤੇ ਦੀਆਂ ਚੋਣਾਂ ਲਈ ਕਿਸਾਨ ਅੰਦੋਲਨ ਵੀ ਇੱਕ ਵੱਡੀ ਮੁਸੀਬਤ ਦੇ ਤੌਰ ਤੇ ਸਾਹਮਣੇ ਆਊਗਾ ਸੱਤਾ ਧਿਰ ਲਈ। ਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਇੱਕ ਠਿੱਬੀ ਲੱਗ ਜਾਵੇ, ਜਿੱਦਾਂ ਕਿ ਬਹੁਤ ਸਾਰੀਆਂ ਅਖਬਾਰਾਂ ਜਾਂ ਬਹੁਤ ਸਾਰੀਆਂ ਖਬਰਾਂ ਤੇ ਕਿਸਾਨੀ ਹਿੱਤ ਨਾਲ ਜੁੜੇ ਹੋਏ ਲੋਕ ਜਿੱਦਾਂ ਕਹਿ ਰਹੇ ਨੇ ਕਿ ਇਸ ਅੰਦੋਲਨ ਨੇ ਭਾਰਤ ਦੇ ਵਿੱਚ ਇਹਨਾਂ ਦਾ ਬੀਜੇਪੀ ਨੂੰ ਇੱਕ ਵੱਡੀ ਜਿਹੜੀ ਆ ਵਿਰੋਧਤਾ ਦਿਖਾ ਦਿੱਤੀ ਜੀ। ਬਿਲਗਾ ਜੀ, ਹੁਣ ਤੁਸੀਂ ਦੱਸ ਦਿਓ ਵੀ ਮੋਦੀ ਤੇ ਸ਼ਾਹ ਦੀ ਜੋੜੀ ਤੇ ਹਾਲੇ ਕੋਈ ਅਸਰ ਹੋਇਆ ਜਾਪਦਾ ਨਹੀਂ ਹੈ, ਪਰ ਇਸ ਦੌਰਾਨ ਜਿਹੜੀ ਆਰਐਸਐਸ ਹੈ ਨਾ, ਉਹ ਥੋੜੀ ਚਿੰਤਿਤ ਬੇਚੈਨ ਨਜ਼ਰ ਆ ਰਹੀ ਹੈ। ਬਿਲਕੁਲ ਉਹਦੀ ਬੇਚੈਨੀ ਵੀ ਸੁਣਨ ਪਾਣਗੇ ਸਰਕਾਰ ਕੇ? ਬਿਲਕੁਲ ਪਰਮਿੰਦਰ, ਕੱਲ ਹੀ ਖਬਰਾਂ ਇਹ ਤਕਰੀਬਨ 12 ਕੁ ਵਜੇ ਤੇ ਨੇੜੇ ਤੇੜੇ ਨਿਕਲਣ ਲੱਗ ਪਈਆਂ ਸੀਗੀਆਂ ਵੀ ਜਿਸ ਤਰ੍ਹਾਂ 11 ਵਜੇ 12 ਵਜੇ ਲੋਕ ਨਾ ਜਿੰਨੇ ਆ ਰਹੇ ਸੀ, ਉਨੇ ਕਿ ਜਿਹੜੇ ਪੰਡਾਲ 'ਚ ਸਵੇਰੇ 9 ਵਜੇ ਤੇ ਬੈਠੇ ਸੀ ਉਹ ਬਾਹਰ ਨੂੰ ਆ ਰਹੇ ਸੀ। ਏਡਾ ਵੱਡਾ ਇਕੱਠ ਦੇਖ ਕੇ ਸਾਡੀ ਉੱਥੇ CID ਦੇ ਡਿਪਾਰਟਮੈਂਟ ਦੇ ਕੁਝ ਮੁਲਾਜ਼ਮਾਂ ਨਾਲ ਵੀ ਗੱਲ ਹੋਈ ਆ, ਉਹਨੇ ਵੀ ਇੱਕ ਫਿਗਰ ਦਿੱਤੀ ਸੀ, ਪਰ ਉਹ ਫਿਗਰ ਦੇ ਮੁਤਾਬਕ ਵੀ ਇਕੱਠ ਜਿਹੜਾ ਸੀਗਾ ਉਹ ਮਤਲਬ ਬੇਸ਼ੁਮਾਰ ਸੀਗਾ, ਜਨ ਸਲਾਬ ਸੀਗਾ। ਰਹੀ ਗੱਲ ਜਿਹੜੀ ਤੁਸੀਂ ਵੀ ਚਿੰਤਾ ਦੇ ਵਿੱਚ, ਜਿੱਥੇ ਸ਼ਰਮਾ ਜੀ ਨੇ ਗੱਲ ਕੇਸ਼ਵ ਪ੍ਰਸਾਦ ਮੌਰੀਆ ਜਿਹੜੇ ਡਿਪਟੀ CM ਆ UP ਦੇ ਵਿੱਚ, ਉਹਨਾਂ ਨੇ ਵੀ ਇਹ ਕਿਹਾ ਜੀ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਜਿਹੜਾ ਪ੍ਰਯੋਜਿਤ ਪ੍ਰੋਗਰਾਮ ਹੈਗਾ ਆ, ਤੇ ਨਾਲ RP ਸਿੰਘ ਜਿਹੜੇ ਆ ਸਿੱਖ ਲੀਡਰ ਆ BJP ਦੇ ਵਿੱਚ, ਉਹਨਾਂ ਨੇ ਵੀ ਇਹ ਕਿਹਾ ਵੀ ਵਿਰੋਧੀ ਪਾਰਟੀਆਂ ਨੇ ਇਹ ਇਕੱਠ ਕੀਤਾ ਸੀਗਾ। ਤੇ ਫਿਰ ਜੇ ਵਿਰੋਧੀ ਪਾਰਟੀਆਂ ਨੇ ਇਕੱਠ ਕੀਤਾ ਸੀ ਤਾਂ ਫਿਰ ਇਹਨਾਂ ਨੂੰ ਫਿਰ ਚਿੰਤਾ ਕਿਹੜੀ ਦੀ ਗੱਲ ਦੀ ਆ? ਕਿਉਂਕਿ ਜੇ ਕਹਿ ਸਕਦੇ ਕਿ ਵਿਰੋਧੀ ਪਾਰਟੀਆਂ ਇਦਾਂ ਕਰਦੀਆਂ ਤਾਂ ਫਿਰ ਜਦੋਂ ਅੰਨਾ ਅੰਦੋਲਨ ਹੋਇਆ ਸੀ ਪਰਮਿੰਦਰ ਜੀ, ਉਸ ਵੇਲੇ ਵੀ ਕਾਂਗਰਸ ਦੇ ਖਿਲਾਫ ਜਿਹੜੀ ਲਹਿਰ ਖੜੀ ਹੋਈ ਇੱਕ, ਤੇ BJP ਨੇ 7% ਉਸ ਜਿਹੜੀ ਵਿਰੋਧੀ ਲਹਿਰ ਦੀ ਲੋਕਾਂ ਦਾ ਮਨ ਦਾ ਗੁੱਸਾ ਸੀਗਾ, ਉਹਦੇ ਵਿੱਚੋਂ ਆਪਣੀ ਸੱਤਾ ਖੜੀ ਕੀਤੀ ਆ। ਤੇ ਜੇ ਵਿਰੋਧੀ ਪਾਰਟੀ ਰਹਿੰਦੇ ਹੋਏ BJP ਅੰਨਾ ਅੰਦੋਲਨ ਤੋਂ ਆਪਣਾ ਫਾਇਦਾ ਚੱਕ ਸਕਦੀ ਆ, ਤੇ ਨੈਚੁਰਲ ਆ ਫਿਰ ਕਿਸਾਨ ਅੰਦੋਲਨ ਤੋਂ ਜਿਹੜੇ ਉਹਨਾਂ ਦੇ ਵਿਰੋਧੀ ਉਹ ਵੀ ਤਾਂ ਫਾਇਦਾ ਚੱਕ ਸਕਦੇ ਆ ਨਾ। ਇਹ ਗੱਲ ਦੀ ਜੇ ਇਹਨਾਂ ਨੂੰ ਸਮਝ ਹੈਗੀ ਆ ਤਾਂ ਫਿਰ ਕਿਸਾਨਾਂ ਨਾਲ ਕਿਉਂ ਨਹੀਂ ਬੈਠ ਕੇ ਗੱਲ ਕਰਦੇ? ਜੇ ਇਹਨਾਂ ਨੂੰ ਲੱਗ ਰਿਹਾ ਵੀ ਕਿਸਾਨ ਇਸ ਵੇਲੇ ਵਿਰੋਧੀ ਪਾਰਟੀਆਂ ਦੇ ਹੱਥ 'ਚ ਖੇਡ ਰਹੇ ਆ, ਕਾਂਗਰਸ ਦੇ ਹੱਥ 'ਚ ਖੇਡ ਰਿਹਾ, ਸਪਾ ਦੇ ਹੱਥ 'ਚ ਖੇਡ ਰਹੇ ਆ, ਤੇ ਫਿਰ ਇਹ ਕਿਸਾਨਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਇਸ ਕੁਰਸੀ ਤੇ ਬਿਠਾਇਆ, ਉਹਨਾਂ ਦੀ ਗੱਲ ਮੰਨ ਕੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ, ਕੋਈ ਥੋੜਾ ਬਾਲਾ ਤਾਂ ਕਰਕੇ ਕੋ ਠਾਂ ਕਰਕੇ ਇਸ ਮਸਲੇ ਦਾ ਹੱਲ ਕਰਨ। ਇਹ ਤਾਂ ਆਪਣੀ ਜਿੱਦ ਬਣਾਈ ਹੋਈ ਆ। ਪਰ ਸਭ ਨੂੰ ਵੱਡੀ ਜਿਹੜੀ ਨਰੇਸ਼ ਟਕੈਤ ਨੇ ਕੱਲ ਗੱਲ ਕਹੀ ਆ ਬਈ ਉਹ ਵੀ ਇਸ ਵੇਲੇ ਜਿਹੜਾ ਆ ਸਤਿਆਪਾਲ ਮਲਿਕ ਤੇ ਰਾਜਨਾਥ ਸਿੰਘ ਦੀ ਜਿਹੜੀ ਗੱਲ ਕੀਤੀ ਆ ਆਪਣੇ ਸ਼ਰਮਾ ਜੀ ਨੇ, ਵੀ ਇਹ ਦੋ ਬੰਦੇ ਆ, ਜੇ ਅੱਜ ਇਹ ਇੰਟਰਫੀਅਰ ਕਰਨ, ਇਹਨਾਂ ਨੂੰ ਪਾਵਰ ਦੇਣ, ਤੇ ਦੂਸਰੇ ਦਿਨ ਹੀ ਇਹ ਕਿਸਾਨੀ ਅੰਦੋਲਨ ਦਾ ਮਸਲਾ ਹੱਲ ਹੋ ਸਕਦਾ। ਪਰ ਉਹਨਾਂ ਨੇ ਦੱਸਿਆ ਕਿ ਸਿਰਫ ਮੋਦੀ ਤੇ ਜੋਗੀ ਆਪਣੇ ਹੈਗੇ ਜਿਹੜੇ ਜੋਗੀ ਤੇ ਸ਼ਾਹ ਜੀ, ਇਹ ਤਿੰਨ ਬੰਦੇ ਜਿਹੜੇ ਹੈਗੇ ਆ, ਕਿਸੇ ਵੀ ਹਾਲਾਤਾਂ ਵਿੱਚ ਇਹ RSS ਦੀ ਇਹ ਲੌਬੀ ਜਿਹੜੀ ਆ, ਇਹ ਕਿਸੇ ਅੰਦੋਲਨ ਨੂੰ, ਕਿਸੇ ਇਹਨਾਂ ਦੀ ਹੈਂਕੜਬਾਜੀ ਨੂੰ, ਕਾਰਪੋਰੇਟਾਂ ਦੇ ਅਧੀਨ ਜਿਹੜੀ ਇਹ ਨਹੀਂ ਗੱਲ ਟਿਕਾਣੇ ਆਉਣ ਦੇ ਰਹੇ। ਪਰ ਫਿਰ ਵੀ ਵਿੱਚੋਂ ਖਬਰਾਂ ਆ ਰਹੀਆਂ ਵੀ ਜਿਹੜੇ RSS ਦੇ ਪੁਰਾਣੇ ਲੋਕ ਆ, ਉਹ ਕੱਲ ਦੇ ਇਸ UP ਦੇ ਦ੍ਰਿਸ਼ ਨੂੰ ਦੇਖ ਕੇ ਕਾਫੀ ਘਬਰਾਏ ਹੋਏ ਨੇ। ਤੇ ਦਿੱਲੀ ਵਿੱਚ ਬੈਠੇ ਜਿਹੜੇ ਸਿੱਖ ਲੀਡਰ ਪੰਜਾਬ ਦੀ ਸੱਤਾ ਨਾਲ, ਪੰਜਾਬ ਦੀ ਸਿਆਸਤ ਨਾਲ, ਪੰਜਾਬ ਦੇ ਭਾਈਚਾਰੇ ਨਾਲ ਆਪਣੀਆਂ ਲੰਬੀਆਂ ਸਾਂਝਾਂ ਵੀ ਰੱਖਦੇ ਰਹੇ ਨੇ, ਤੇ ਸਮੇਂ-ਸਮੇਂ ਵੱਡੇ ਅਹੁਦਿਆਂ ਤੇ ਵੀ ਦਿੱਲੀ ਵਿੱਚ ਰਹੇ ਨੇ, ਜਿਨ੍ਹਾਂ ਦਾ ਮੰਨਿਆ ਜਾਂਦਾ ਸੀ ਕਿ ਉਹ ਅਡਵਾਣੀ ਤੇ ਵਾਜਪਾਈ ਦੇ ਵੀ ਨੇੜੇ ਕਾਫੀ ਰਹਿ ਕੇ ਪੰਜਾਬ ਨੂੰ, ਜਦੋਂ BJP ਪਹਿਲੀ ਗਵਰਨਮੈਂਟ ਵਾਜਪਾਈ ਦੀ ਸੀ, ਉਸ ਵੇਲੇ ਵੀ ਉਹ ਚੰਗੇ ਫਾਇਦੇ ਦਵਾਉਂਦੇ ਰਹੇ ਆ, ਆਪਣਾ ਰੁਤਬਾ ਵਰਤ ਕੇ। ਉਹਨਾਂ ਦੇ ਨਾਲ ਪਰਮਿੰਦਰ ਕੱਲ ਪਤਾ ਲੱਗਾ ਆ ਕਿ ਉਹਨਾਂ ਨੇ ਕੱਲ ਰਾਬਤਾ ਕੀਤਾ ਆ ਵੀ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਤੁਸੀਂ ਕੋਈ ਰਾਬਤਾ ਕਰੋ, ਤੇ ਕਿਸੇ ਨਾ ਕਿਸੇ ਪਲੇਟਫਾਰਮ ਤੇ ਬੈਠ ਕੇ ਇਸ ਅੰਦੋਲਨ ਦੀ ਜਿਹੜੀ ਗੱਲਬਾਤ ਆ ਇਹ ਵੀ ਦੁਬਾਰਾ ਸਰਕਾਰ ਨਾਲ ਆਪਾਂ ਸ਼ੁਰੂ ਕਰਾਈਏ। ਇਹ ਤੋਂ ਲੱਗ ਰਿਹਾ ਆ ਵੀ RSS ਨੇ ਜੇ ਉਦਮ ਉਪਰਾਲਾ ਕੀਤਾ ਤੇ ਉਹਨੇ ਕੱਲ ਸ਼ੀਸ਼ਾ ਮੁਜ਼ੱਫਰਨਗਰ ਵਾਲਾ ਦੇਖ ਲਿਆ ਆ। ਹੁਣ ਇਹ ਸ਼ੀਸ਼ਾ ਹੁਣ ਮੋਦੀ ਤੇ ਅਮਿਤ ਸ਼ਾਹ ਕਦੋਂ ਦੇਖਦੇ ਆ, ਇਹ ਉਹਨਾਂ ਤੇ ਛੱਡਿਆ। ਤੇ ਗੱਲ ਇਹ ਹੈ ਕਿ ਜਿਹੜੇ ਰਾਜਨੇਤਾ ਨੇ, ਉਹਨਾਂ ਦਾ ਮਕਸਦ ਕੀ ਹੁੰਦਾ? ਸਿਰਫ ਵੋਟਾਂ ਹਾਸਲ ਕਰਨੀਆਂ। ਤੇ ਕਿਸਾਨਾਂ ਦਾ ਮੁੱਦਾ ਇਸ ਵੇਲੇ ਕਿ ਖੇਤੀ ਕਾਨੂੰਨ ਰੱਦ ਹੋ ਜਾਣ। ਕਿਸਾਨ ਜਿਹੜੇ ਨੇ ਉਹ ਭਾਜਪਾ ਦੇ ਵਿਰੋਧੀ ਨਹੀਂ, ਬਲਕਿ ਉਹਦੀਆਂ ਨੀਤੀਆਂ ਦੇ ਵਿਰੋਧੀ ਨੇ। ਤੇ ਇਸ ਵੇਲੇ ਕਿਸਾਨ ਤੇ ਸਰਕਾਰ ਆਪਸ ਵਿੱਚ ਆਮੋ ਸਾਹਮਣੇ ਨੇ। ਤੇ ਕਰਨਾਲ ਦੀ ਘਟਨਾ ਦਾ ਅੱਜ ਵੱਡੇ ਪੱਧਰ ਤੇ ਜ਼ਿਕਰ ਹੋ ਰਿਹਾ। ਪਿਛਲੇ ਦਿਨੀ ਉੱਥੇ ਕਿਸਾਨਾਂ ਤੇ ਅੰਨ੍ਹੇਵਾਹ ਤਸ਼ੱਦਦ, ਯਾਨੀ ਡਾਂਗਾਂ ਭਰਾਈਆਂ ਗਈਆਂ, ਲਹੂ ਲੁਹਾਨ ਹੋਈਆਂ ਸੜਕਾਂ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਸੀ। ਉਹ ਕਿਹੜੀ ਤਰੀਕ ਦਾ ਸੀ ਤੇ ਆਉਣ ਵਾਲੇ ਭਲਕੇ ਲਈ ਉਹ ਸੱਚਮੁੱਚ ਕੀ ਕਰਨ ਦੀ ਯੋਜਨਾ ਬਣਾ ਰਹੇ ਨੇ? ਪਰਮਿੰਦਰ, ਜਿਹੜੀ ਤੁਸੀਂ ਕਰਨਾਲ ਦੀ ਗੱਲ ਕਰ ਰਹੇ ਆ, ਕਰਨਾਲ 'ਚ ਪਿਛਲੇ ਦਿਨੀ ਬਹੁਤ ਵੱਡਾ ਇੱਕ ਤਸ਼ੱਦਦ
ਇਸ ਲਈ ਕੀਤਾ ਗਿਆ ਕਿ ਉੱਥੇ ਦੇ ਐਸਡੀਐਮ ਦੀ ਇੱਕ ਵੀਡੀਓ ਵਾਇਰਲ ਹੋਈ ਜੀ ਜਿਸ 'ਚ ਸਿੱਧੇ ਸਿਰ ਪਾੜਨ ਦੀ ਕਿਸਾਨਾਂ ਦੀ ਗੱਲ ਕੀਤੀ ਆ। ਜੀ ਉੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਇੱਕ ਸਿੰਪਲ ਮੀਟਿੰਗ ਸੀ, ਜੀ ਜਦ ਕਿ ਕਿਸਾਨਾਂ ਨੇ ਪਹਿਲਾਂ ਐਲਾਨ ਕੀਤਾ ਹੋਇਆ ਵੀ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਅਸੀਂ ਭਾਜਪਾ ਨੂੰ ਕੋਈ ਮੀਟਿੰਗ ਨਹੀਂ ਕਰਨ ਦੇਵਾਂਗੇ। ਜੀ ਉਹਨਾਂ ਦਾ ਇੱਕ ਵਿਰੋਧ ਕਰਨ ਦਾ ਤਰੀਕਾ ਇਹ ਸੀ ਵੀ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ। ਜੀ ਪ੍ਰਸ਼ਾਸਨ ਨਾਲ ਗੱਲ ਵੀ ਤੈਅ ਹੋ ਗਈ ਸੀ। 15 ਕਿਲੋਮੀਟਰ ਕਰਨਾਲ ਸ਼ਹਿਰ ਤੋਂ ਦੂਰ ਜਾ ਕੇ ਬਸਤਾੜਾ ਜਿਹੜਾ ਟੋਲ ਪਲਾਜ਼ਾ ਆ ਜੀ ਉੱਥੇ ਅੰਨ੍ਹੇਵਾਹ ਲਾਠੀਆਂ ਮਾਰ ਕੇ ਦਰਜਨਾਂ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ। ਜੀ ਉੱਥੇ ਸਾਰੀ ਭਾਰਤ ਦੀ ਕਹਿ ਸਕਦੇ ਆ ਕਿ ਸੱਤਾ ਜਿਹੜੀ ਸੀ ਉਹਦੇ ਨਾਲ ਝੰਜੋੜੀ ਗਈ। ਜੀ ਲੋਕਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਕਿ ਇਹ ਲੋਕਤੰਤਰ ਦੇ ਵਿੱਚ ਕਦੀ ਵੀ ਵਾਜਬ ਨਹੀਂ ਕਿ ਐਸਡੀਐਮ ਇੱਕ ਜਿਹੜਾ ਵੀਡੀਓ ਵਾਇਰਲ ਕਰਕੇ ਇਹ ਕਹੇ ਵੀ ਇਹਨਾਂ ਦਾ ਜਿਹੜਾ ਸਿਰ ਪਾੜ ਦਿੱਤਾ ਜਾਵੇ। ਜੀ ਉਸ ਘਟਨਾ ਨੂੰ ਲੈ ਕੇ ਇੱਕ ਕਿਸਾਨ ਦੀ ਦੂਸਰੇ ਦਿਨ ਮੌਤ ਹੋ ਜਾਂਦੀ ਆ ਜੀ ਤੇ ਸੰਯੁਕਤ ਮੋਰਚੇ ਨੇ ਮੰਗਾਂ ਰੱਖੀਆਂ ਸਨ ਕੁਛ ਵੀ 6 ਤਰੀਕ ਦਾ ਅਲਟੀਮੇਟਮ ਦਿੱਤਾ ਸੀ, ਭਾਵ ਅੱਜ ਸ਼ਾਮ ਤੱਕ ਦਾ, ਜੀ ਬਈ ਇੱਕ ਤਾਂ 25 ਲੱਖ ਰੁਪਈਆ ਉਸ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਜਾਵੇ, ਜੀ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਜੀ ਤੇ 2-2 ਲੱਖ ਜਿਹੜੇ ਫੱਟੜ ਜ਼ਖਮੀ ਕਿਸਾਨ ਹੋਏ ਆ ਉਹਨਾਂ ਨੂੰ ਪਰਿਵਾਰ ਤੌਰ ਤੇ ਦਿੱਤਾ ਜਾਵੇ। ਜੀ ਤੇ ਸਭ ਨੂੰ ਵੱਡੀ ਉਹਨੀ ਮੰਗ ਕੀਤੀ ਸੀ ਕਿ ਜਿਹੜਾ ਅਧਿਕਾਰੀ ਨੇ ਸ਼ਰੇਆਮ ਅੰਗਰੇਜ਼ਾਂ ਵਾਲੇ ਰਾਜ ਦਾ ਇੱਕ ਦ੍ਰਿਸ਼ ਦਿਖਾਇਆ ਜੀ ਵੀ ਸਿਰ ਪਾੜ ਦਿੱਤੇ ਜਾਣ ਤੇ ਉਸ ਬੰਦੇ ਨੂੰ ਨੌਕਰੀ ਤੋਂ ਬਰਤਰਫ ਕੀਤਾ ਜਾਵੇ। ਜੀ ਉਹਨੂੰ ਦੇਖਦੇ ਹੋਏ 7 ਤਰੀਕ ਦਾ ਕੱਲ ਦਾ ਜਿਹੜਾ ਉਹਨਾਂ ਦੀ ਕਾਲ ਦਿੱਤੀ ਹੋਈ ਆ, ਵੱਡਾ ਇਕੱਠ ਵੱਡਾ ਪ੍ਰਦਰਸ਼ਨ ਕੱਲ ਕਰਨਾਲ ਦੇ ਵਿੱਚ ਹੋ ਰਿਹਾ ਆ, ਜੀ ਜਿਹਦੇ ਵਿੱਚ ਪੁਲਿਸ ਨੇ ਹੁਣੇ ਹੀ ਖਬਰਾਂ ਆ ਰਹੀਆਂ ਸੀ ਕਿ ਰੂਟ ਜਿਹੜੇ ਸਾਰੇ ਆ ਦਿੱਲੀ ਨੂੰ ਜਾਣ ਵਾਲੇ ਕਰਨਾਲ ਦੇ ਵਿੱਚ ਦੀ ਉਹ ਵੱਖ-ਵੱਖ ਸ਼ਹਿਰਾਂ ਦੇ ਪਾਣੀਪਤ ਕੁਰੂਕਸ਼ੇਤਰ ਵੱਲ ਦੀ ਜਾਂ ਰੋਹਤਕ ਵੱਲ ਦੀ ਡਿਵਰਟ ਕਰ ਦਿੱਤੇ ਆ। ਜੀ ਤੇ ਲੱਗ ਰਿਹਾ ਕਿ ਕੱਲ ਦਾ ਦਿਨ ਜਿਹੜਾ ਆ ਕਰਨਾਲ ਲਈ ਜੀ ਕੋਈ ਨਵਾਂ ਮੋੜ ਲੈ ਕੇ ਆ ਸਕਦਾ ਜੇਕਰ ਕੱਲ ਨੂੰ ਫੇਰ ਕੋਈ ਉੱਥੇ ਇਦਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਆ। ਜੀ ਤੇ ਇਹ ਜਿਹੜੀ ਅੱਗ ਹੈਗੀ ਆ ਜਾਂ ਇਹ ਲਾਟਾਂ ਜਿਹੜੀਆਂ ਆ ਫਿਰ ਆਉਣ ਵਾਲੇ ਦਿਨ ਦੇ ਵਿੱਚ ਦਿੱਲੀ ਵੱਲ ਨੂੰ ਇਹ ਤੇ ਚੰਡੀਗੜ੍ਹ ਵੱਲ ਨੂੰ, ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਆ, ਜੀ ਚੰਡੀਗੜ੍ਹ ਹਰਿਆਣੇ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਆ, ਜੀ ਇਹ ਉਧਰ ਨੂੰ ਵੀ ਜਾਣਗੀਆਂ। ਤੇ ਦੇਖਦੇ ਆ ਹੁਣ ਵੀ ਕੱਲ ਦਾ ਜਿਹੜਾ ਬੰਦ ਦੀ ਕਾਲ ਦਿੱਤੀ ਆ ਉਹ ਕਿੱਧਰਲਾ ਰੁੱਖ ਲੈਂਦੀ ਆ। ਕੋਈ ਮੂਹਰੇ ਗੱਲਬਾਤ ਚੱਲਦੀ ਆ, ਸੁਖਾਵਾਂ ਮਾਹੌਲ ਰਹਿੰਦਾ ਆ ਕਿ ਮਾਹੌਲ ਉਦਣ ਵਾਂਗੂ ਫੇਰ ਦੁਬਾਰਾ ਭੜਕਦਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਤਜ਼ਾਰ ਕਰਨਾ ਪਊਗਾ ਸਾਨੂੰ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਬਿਲਗਾ ਜੀ ਨੇ ਦੱਸ ਦਿੱਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ ਦੀ ਬੰਦ ਦੀ ਕਾਲ ਹੈ। ਇਸ ਤੋਂ ਇਲਾਵਾ ਵੀ ਕਿਸਾਨਾਂ ਨੇ ਕੋਈ ਪ੍ਰੋਗਰਾਮ ਉਲੀਕਿਆ ਕੱਲ ਦੇ ਲਈ? ਦੇਖੋ, ਪਹਿਲਾਂ ਤਾਂ ਜੇ ਮੈਂ ਕਰਨਾਲ ਤੋਂ ਪਹਿਲਾਂ ਹਾਲੇ ਮੁਜ਼ੱਫਰਨਗਰ ਦੀ ਇੱਕ ਗੱਲ ਕਰਨੀ ਚਾਹੁੰਦਾ ਸੀ ਤਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਆਰਐਸਐਸ ਨੇ ਜਾਂ ਬੀਜੇਪੀ ਦੀ ਜਿਹੜੀ ਬੈਕ ਤੇ ਇੱਕ ਸੰਗਠਨ ਆ ਉਹਨਾਂ ਨੇ ਉਹ ਸ਼ੀਸ਼ਾ ਦੇਖ ਲਿਆ ਤੇ ਮੋਦੀ ਸਾਹਿਬ ਤੇ ਸ਼ਾਹ ਜੀ ਉਹ ਸ਼ੀਸ਼ਾ ਕਦੋਂ ਦੇਖਣਗੇ ਤੇ ਕਦੋਂ ਨਹੀਂ। ਮੈਨੂੰ ਇਦਾਂ ਲੱਗਦਾ ਕਿ ਸ਼ੀਸ਼ਾ ਜੇ ਇਕੱਲੇ ਸਿਰਫ ਮੋਦੀ ਤੇ ਸ਼ਾਹ ਨੇ ਦੇਖਣਾ ਹੁੰਦਾ ਤੇ ਹੁਣ ਤੱਕ ਉਹ ਸ਼ੀਸ਼ਾ ਦੇਖ ਚੁੱਕੇ ਹੋਣੇ ਸੀ। ਪਰ ਇਹਨਾਂ ਤੋਂ ਵੀ ਅੱਗੇ 2-3 ਹੋਰ ਤਹਿਾਂ ਨੇ, ਕੁਝ ਐਲੀਟ ਸੁਸਾਇਟੀਜ਼ ਨੇ ਜਾਂ ਕੁਝ ਕਾਰਪੋਰੇਟਸ ਘਰਾਣੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਵਚਨਬੱਧਤਾ ਤੇ ਪ੍ਰਤੀਬੱਧਤਾ ਜੁੜੀ ਹੋਈ ਆ, ਜਿਨ੍ਹਾਂ ਨੂੰ ਤੋਂ ਫੰਡਿੰਗ ਲੈ ਕੇ ਇਹਨਾਂ ਨੇ ਮਹਿੰਗੀਆਂ ਚੋਣਾਂ ਲੜਨੀਆਂ ਹੁੰਦੀਆਂ ਨੇ। ਜੀ ਇਸ ਤੋਂ ਵੀ ਅੱਗੇ ਇੱਕ ਹੋਰ ਧਿਰ ਨੇ ਜਿਹੜਾ ਅੰਤਰਰਾਸ਼ਟਰੀ ਸਮੂਹ ਆ, ਜਿੱਥੇ ਇੰਟਰਨੈਸ਼ਨਲ ਕਾਰਪੋਰੇਟਸ ਨੇ ਜਾਂ ਵੱਡੀਆਂ ਫਾਈਨੈਂਸ਼ੀਅਲ ਸੰਸਥਾਵਾਂ, ਚਾਹੇ ਉਹ IMF ਆ ਤੇ ਚਾਹੇ ਉਹ ਵਰਲਡ ਬੈਂਕ ਆ, ਜਿਨ੍ਹਾਂ ਤੋਂ ਇਹਨਾਂ ਨੇ ਵੱਡੇ ਰੂਪ 'ਚ ਕਰਜ਼ੇ ਲਏ ਹੋਏ ਨੇ ਮੁਲਕ ਚਲਾਉਣ ਲਈ। ਜੀ ਮੈਂ ਸਿਰਫ ਇਸ ਸਰਕਾਰ ਦੀ ਗੱਲ ਨਹੀਂ ਕਰਦਾ, ਇਹ ਤੋਂ ਪਿਛਲੀਆਂ ਸਰਕਾਰਾਂ ਵੀ ਇਹੀ ਕੁਝ ਕਰਦੀਆਂ ਰਹੀਆਂ। ਕਾਰਪੋਰੇਟਸ ਦਾ ਹੱਕ ਸਾਰੀਆਂ ਸਰਕਾਰਾਂ ਪੂਰਦੀਆਂ ਨੇ। ਜੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਇਹੀ ਮੋਦੀ ਸਾਹਿਬ ਕਹਿੰਦੇ ਸੀ ਤੇਲ ਬਹੁਤ ਮਹਿੰਗਾ ਹੋ ਗਿਆ ਤੇ ਸਰਕਾਰ ਜਿਹੜੀ ਆ ਉਹ ਬਿਲਕੁਲ ਲੋਕਾਂ ਦਾ ਧਿਆਨ ਨਹੀਂ ਕਰ ਰਹੀ। ਤੇ ਹੁਣ ਇਹ ਸਰਕਾਰ ਉਹਨਾਂ ਹੀ ਗੱਲਾਂ ਦਾ ਕਿੰਨਾ ਧਿਆਨ ਕਰ ਰਹੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਸੋ ਇਹਨਾਂ ਨੇ ਜੋ ਕੁਝ ਵੀ ਇਹਨਾਂ ਦਾ ਜਿਹੜਾ ਦਾਰੋ ਮਦਾਰ ਆ, ਇਹਨਾਂ ਦੇ ਪਿੱਛੇ ਹੋਰ ਨੇ ਤੇ ਹੋਰਾਂ ਦੇ ਪਿੱਛੇ ਹੋਰ ਨੇ। ਉਹ ਬੜਾ ਲੰਬਾ ਚੌੜਾ ਜਿਹੜਾ ਇੱਕ ਸਿਸਟਮ ਆ, ਉਹਨੂੰ ਤੋੜਨਾ ਇਹਨਾਂ ਸਰਕਾਰਾਂ ਦੇ ਵੱਸ ਦਾ ਰੋਗ ਨਹੀਂ ਹੈਗਾ। ਇਹ ਸਿਰਫ ਔਰ ਸਿਰਫ ਕਠਪੁਤਲੀਆਂ ਦੇ ਤਰੀਕੇ ਨਾਲ ਕੰਮ ਕਰ ਰਹੇ ਨੇ। ਪਰ ਇਹ ਨਹੀਂ ਹੈਗਾ ਕਿ ਜੇ ਉਸ ਜਿੰਦੇ ਨੂੰ ਇਹ ਸਰਕਾਰਾਂ ਤੋੜ ਨਹੀਂ ਸਕਦੀਆਂ ਤੇ ਕੋਈ ਤੋੜ ਨਹੀਂ ਸਕਦਾ। ਜੀ ਹੱਲ ਹਰ ਚੀਜ਼ ਦਾ ਹੈ। ਜਿਵੇਂ ਪੰਜਾਬ ਦੇ ਵਿੱਚੋਂ ਇੱਕ ਚੰਗਿਆੜੀ ਉੱਠ ਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਦੀ ਸੰਸਦ ਤੱਕ ਪੁੱਜੀ ਆ। ਅਫਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਕੋਈ ਦੁਨੀਆ ਦਾ ਮੁਲਕ ਨਹੀਂ ਜਿੱਥੇ ਕਿਸਾਨ ਅੰਦੋਲਨ ਦੀ ਗੱਲ ਨਹੀਂ ਹੋਈ। ਬਰਤਾਨੀਆ ਦੀ ਸੰਸਦ ਨੇ ਵੀ ਜੇ ਇਸ ਗੱਲ ਦੀ ਗੱਲ ਕੀਤੀ ਆ, ਜਦੋਂ ਲੋਕਾਂ ਦਾ ਸਮੂਹ ਆਪਣੇ ਸਹੀ ਤੇ ਗਲਤ ਨੂੰ ਦੇਖਦੇ ਹੋਏ, ਚੋਣਾਂ ਤੇ ਮੁਲਕ ਤੇ ਸਾਰੀ ਚੀਜ਼ਾਂ ਨੂੰ ਛੱਡਦੇ ਹੋਏ ਜਦੋਂ ਸੱਚ ਦੇ ਵਾਲੇ ਪਾਸੇ ਨੂੰ ਦੇਖਦਾ ਤੇ ਫਿਰ ਕਿਸੇ ਵੀ ਕਿਸਮ ਦੀ ਕ੍ਰਾਂਤੀ ਜਿਹੜੀ ਉਹ ਸੰਭਵ ਆ, ਉਹਦੇ ਤੋਂ ਇਨਕਾਰੀ ਨਹੀਂ। ਤੇ ਮੈਂ ਪਹਿਲਾਂ ਵੀ ਇਹ ਕਈ ਵਾਰ ਗੱਲ ਕਹਿ ਚੁੱਕਾ ਕਿ ਇਸ ਸਦੀ ਦੀ ਵੱਡੀ ਘਟਨਾ ਮੰਨੀ ਜਾਵੇਗੀ। ਹਾਲਾਂਕਿ ਸਦੀ ਜਿਹੜੀ ਆ ਉਹ ਪਹਿਲੇ 20-21 ਸਾਲਾਂ 'ਚ ਹੀ ਚੱਲਦੀ ਪਈ ਆ। ਹੁਣ ਜੇ ਤੁਸੀਂ ਤੁਹਾਡੀ ਅਗਲੀ ਗੱਲ ਦੀ ਮੈਂ ਗੱਲ ਕਰਾਂ, ਸ਼ਾਇਦ ਉਹ ਵਿਸਤਾਰ ਥੋੜਾ ਲੰਬਾ ਹੋ ਗਿਆ, ਪਰ ਉਹ ਜ਼ਰੂਰੀ ਸੀ ਥੋੜਾ ਜਿਹਾ ਆਪਣੇ ਨਜ਼ਰੀਏ ਤੋਂ ਜਾਂ ਆਪਣੇ ਦਿਮਾਗ ਦੇ ਤਰੀਕੇ ਨਾਲ ਕਿ ਗੱਲ ਇੱਕ ਦਰਸ਼ਕਾਂ ਸਾਹਮਣੇ ਰੱਖੀ ਜਾਣੀ ਚਾਹੀਦੀ ਆ।
ਜੇ ਅਸੀਂ ਕਰਨਾਲ ਵਾਲੀ ਘਟਨਾ ਦੀ ਗੱਲ ਕਰੀਏ, ਜਿੱਦਾਂ ਬਿਲਗਾ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਕੁਝ ਦਿਨ ਪਹਿਲਾਂ ਉੱਥੇ ਪੁਲਿਸ ਨੇ ਇੱਕ ਜ਼ਬਰ ਕੀਤਾ ਤੇ ਲੋਕਾਂ ਦੇ ਸੱਟਾਂ ਮਾਰੀਆਂ, ਜਦ ਕਿ ਪੁਲਿਸ ਦਾ ਕੰਮ ਜਿਹੜਾ ਆ ਉਹ ਨਾਗਰਿਕਾਂ ਨੂੰ ਸੁਰੱਖਿਆ ਦੇਣ ਦਾ ਆ, ਲਾਅ ਐਂਡ ਆਰਡਰ ਨੂੰ ਲਾਗੂ ਕਰਨ ਦਾ ਆ, ਲੋਕਾਂ ਦੇ ਸਿਰ ਪਾੜ ਕੇ ਕਿਸੇ ਵੀ VIP ਨੂੰ ਉੱਥੋਂ ਬਚਾਉਣ ਦਾ ਜਾਂ ਭਜਾਉਣ ਦਾ ਨਹੀਂ, ਜਦ ਕਿ ਉੱਥੇ ਖਤਰੇ ਵਾਲੀ ਕੋਈ ਗੱਲ ਹੀ ਨਹੀਂ ਸੀ, ਕਿਉਂਕਿ ਉਹ ਲੋਕ ਉੱਥੇ 8-9 ਮਹੀਨੇ ਤੋਂ ਆਲਰੇਡੀ ਬੈਠੇ ਹੋਏ ਨੇ। ਦੇਖੋ, ਅਸੀਂ ਇਸ ਸਰਕਾਰ ਤੋਂ ਬਲਿਹਾਰੇ ਜਾਂਦੇ ਹਾਂ, ਇਹਨਾਂ ਦੀ ਸੋਚ ਤੋਂ, ਇਹਨਾਂ ਦੀ ਸਮਝ ਤੋਂ ਤੇ ਇਹਨਾਂ ਦੀ ਦ੍ਰਿਸ਼ਟੀ ਤੋਂ। ਇਹਨਾਂ ਨੂੰ ਦਿੱਲੀ ਦੇ ਲੋਕ ਨਜ਼ਰ ਨਹੀਂ ਆਉਂਦੇ, ਤੇ ਅਮਰੀਕਾ ਦੇ ਵਿੱਚ ਜਦੋਂ ਰਾਸ਼ਟਰਪਤੀ ਦੀ ਸੱਤਾ ਪਰਿਵਰਤਨ ਹੁੰਦੀ ਆ ਤੇ ਉੱਥੇ ਵਾਈਟ ਹਾਊਸ ਦੇ ਵਿੱਚ ਗੋਲੀ ਚੱਲਦੀ ਆ ਤੇ ਟਵਿੱਟਰ ਇਹਨਾਂ ਦਾ 1 ਮਿੰਟ ਦੇ ਵਿੱਚ ਚੱਲਣ ਲੱਗ ਪੈਂਦਾ। ਇੱਥੇ ਹੁਣ ਜਿਹੜੀਆਂ ਮੰਗਾਂ 3 ਰੱਖੀਆਂ ਸੀ, ਉਹਦੇ 'ਚ ਵੱਡੀ ਗੱਲ ਕੋਈ ਨਹੀਂ। ਸਰਕਾਰਾਂ ਅਕਸਰ ਅਫਸਰਾਂ ਦੀ ਬਲੀ ਲੈਂਦੀਆਂ ਰਹਿੰਦੀਆਂ ਨੇ। ਉਹ ਇੱਕ ਨਵੇਂ IAS ਆਫੀਸਰ ਸਨ, ਉਹਨਾਂ ਨੂੰ ਧਿਆਨ ਨਹੀਂ ਗਿਆ ਕਿ ਉੱਥੇ ਕੈਮਰਾ ਵੀ ਆ ਜਾਂ ਕੋਈ ਉਹਨਾਂ ਦੀ ਜਿਹੜੀ ਆ ਵੀਡੀਓ ਵੀ ਬਣਾ ਰਿਹਾ, ਨਹੀਂ ਤਾਂ ਉਹਨਾਂ ਨੇ ਇਹੋ ਜਿਹੀ ਗੱਲ ਕਰਨੀ ਨਹੀਂ ਸੀ। ਉਹ ਬਹੁਤ ਐਕਸਪੀਰੀਅੰਸਡ ਅਫਸਰ ਸੀਗੇ ਨਹੀਂ। ਜਿਹੜੀਆਂ ਦੂਸਰੀਆਂ ਗੱਲਾਂ ਨੇ, ਜਦੋਂ ਵੀ ਕੋਈ ਮਾੜੀ ਮੋਟੀ ਘਟਨਾ ਹੁੰਦੀ ਆ, ਕਿਸੇ ਦੇ ਵੀ ਸੱਟ ਫੇਟ ਵੱਜਦੀ ਆ, ਤੇ ਸਰਕਾਰਾਂ ਜ਼ਖਮੀਆਂ ਨੂੰ ਵੀ ਪੈਸੇ ਦਿੰਦੀਆਂ ਨੇ, ਗ੍ਰਾਂਟ ਜਾਰੀ ਕਰਦੀਆਂ ਨੇ, ਤੇ ਮਰਨ ਵਾਲਿਆਂ ਲਈ ਵੀ ਸੰਤਾਵਨਾ ਜਿਹੜੀ ਆ ਉਹ ਜ਼ਾਹਿਰ ਕੀਤੀ ਜਾਂਦੀ ਆ, ਪੈਸੇ ਦਿੱਤੇ ਜਾਂਦੇ ਨੇ। ਹਾਲਾਂਕਿ ਉਹ ਪੈਸੇ ਜਿਹੜੇ ਆ ਅਸੀਂ ਉਹਨਾਂ ਨੂੰ ਉਸ ਪੈਸੇ ਦੇ ਰੂਪ 'ਚ ਨਾ ਦੇਖੀਏ, ਉਹ ਸਿਰਫ ਦੁੱਖ ਨੂੰ ਘਟਾਉਣ ਲਈ ਜਾਂ ਜਿਹੜੀ ਫੈਮਿਲੀ ਪਿੱਛੇ ਬਚੀ ਆ ਤੇ ਉਹਨਾਂ ਦੇ ਕੁਝ ਸਮੇਂ ਲਈ ਗੁਜ਼ਰ ਬਸਰ ਕਰਨ ਲਈ ਹੁੰਦੇ ਨੇ, ਉਹਨਾਂ ਦਾ ਹਾਲਾਂਕਿ ਕੋਈ ਹੋਰ ਅਰਥ ਹੁੰਦਾ ਨਹੀਂ। ਅਸੀਂ ਦੇਖਿਆ ਬੀਤੇ ਦੇ ਵਿੱਚ ਪੰਜਾਬ ਦੇ ਵਿੱਚ ਵੱਡੀਆਂ ਕੰਪਨੀਆਂ ਦੀਆਂ ਬੱਸਾਂ ਥੱਲੇ ਆ ਕੇ ਜਦੋਂ ਕੋਈ ਮਰਦਾ ਸੀ ਜਾਂ ਜਦੋਂ ਕੋਈ ਹੋਰ ਬੁਰੀਆਂ ਘਟਨਾਵਾਂ ਹੁੰਦੀਆਂ ਸੀ ਤੇ ਇੱਥੇ ਪੈਸੇ ਦੇ ਕੇ ਹਰ ਮਸਲੇ ਨੂੰ ਹੱਲ ਕਰ ਲਿਆ ਜਾਂਦਾ ਸੀ। ਤੇ ਹਰਿਆਣਾ ਸਰਕਾਰ ਜੇ ਕੋਈ ਬਹੁਤੀ ਜਿੱਦਬਾਜੀ ਤੇ ਆਊਗੀ ਤਾਂ ਹੀ ਇਹੋ ਜਿਹੀ ਘਟਨਾ ਜਿਹੜੀ ਕੱਲ੍ਹ ਵਾਲੀ ਸਾਹਮਣੇ ਆਊਗੀ, ਨਹੀਂ ਤਾਂ ਇਹ ਮਸਲਾ ਜਿਹੜਾ ਆ ਹੱਲ ਹੋ ਜਾਣਾ ਚਾਹੀਦਾ। ਕੋਈ ਵੱਡੀ ਇਹਦੇ 'ਚ ਗੱਲ ਹੈ ਨਹੀਂ। ਪਰ ਜੇਕਰ ਫਿਰ ਉਹ ਆਪਣੀ ਪਾਰਟੀ ਲਾਈਨ ਤੇ ਬੈਠ ਕੇ ਸੋਚਣਗੇ ਤੇ ਉਸੇ ਹੈਂਕੜ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਕਿਸਾਨ ਤਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਨਾ ਅੱਕਦੇ ਨੇ ਤੇ ਨਾ ਥੱਕਦੇ ਨੇ। ਪਰ ਇਸ ਤੋਂ ਪਹਿਲਾਂ ਵੀ ਬਿਲਗਾ ਸਾਹਿਬ ਜਦੋਂ ਮੁੱਖ ਮੰਤਰੀ ਸਾਹਿਬ ਦੀ ਕਿਸੇ ਰੈਲੀ 'ਚ ਵਿਘਨ ਪਿਆ ਸੀ, ਉੱਥੇ ਵੀ ਬੜੇ ਪਰਚੇ ਦਰਜ ਹੋਏ ਸੀ ਤੇ ਬਾਅਦ ਵਿੱਚ ਜਦੋਂ ਉੱਥੇ ਬਲਦੇਵ ਸਿੰਘ ਸਿਰਸਾ ਜੀ ਬੈਠ ਗਏ ਤੇ ਕਾਫੀ ਦਿਨ ਉਸ ਮਸਲੇ ਨੂੰ ਖੰਗਾਲਿਆ ਗਿਆ ਤੇ ਬਾਅਦ ਵਿੱਚ ਉਹ ਸਾਰੇ ਜਿਹੜੇ ਸੀ ਪਰਚੇ ਉਹ ਵਾਪਸ ਲੈ ਗਏ ਸੀ। ਤੇ ਇਸ ਅਫਸਰ ਦੀ ਬਲੀ ਵੀ ਜੇ ਕੋਈ ਹਰਿਆਣਾ ਸਰਕਾਰ ਲੈ ਲੂਗੀ ਤਾਂ ਕੋਈ ਵੱਡੀ ਗੱਲ ਨਹੀਂ। ਪਰ ਅਸਲ ਗੱਲ, ਵਿਚਾਰਨ ਦੀ ਗੱਲ ਤਾਂ ਮੁੱਦਾ ਇਹ ਆ ਪਰਮਿੰਦਰ ਜੀ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਹੋਣੀਆਂ ਹੀ ਨਹੀਂ ਚਾਹੀਦੀਆਂ। ਮਸਲਾ ਤੇ ਇਸ ਗੱਲ ਤੇ ਖੜਾ ਕਿ ਅਸੀਂ ਕਿਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਤੇ ਕਿਸ ਸਮੇਂ 'ਚ ਅਸੀਂ ਜੀ ਰਹੇ ਹਾਂ। 21ਵੀਂ ਸਦੀ ਚੱਲਦੀ ਪਈ ਆ, 2021 ਚੱਲਦਾ ਪਿਆ ਤੇ ਅਸੀਂ ਹਲੇ ਵੀ ਆਪਣੇ ਹੀ ਲੋਕਾਂ ਦੇ ਉੱਤੇ ਲਾਠੀਆਂ ਬਰਸਾ ਕੇ ਤੇ ਅਸੀਂ ਤਾਕਤਵਰ ਹੋਣ ਦੀ ਗੱਲ ਕਰਦੇ ਹਾਂ ਤੇ ਫਿਰ ਜਦੋਂ ਵੋਟਾਂ ਆਉਣੀਆਂ ਫਿਰ ਅਸੀਂ ਇਹਨਾਂ ਲੋਕਾਂ ਤੋਂ ਵੋਟਾਂ ਮੰਗਣੀਆਂ। ਲੱਖਾਂ ਲੋਕਾਂ ਦਾ ਇਕੱਠ ਉਸ UP ਦੇ ਮੁਜ਼ੱਫਰਨਗਰ ਦੇ ਵਿੱਚ ਹੋਇਆ, ਜਿੱਥੇ ਇਹਨਾਂ ਲੀਡਰਾਂ ਨੂੰ ਲੋਕ ਜਦੋਂ ਇਕੱਠ ਕਰਨਾ ਪੈਂਦਾ, ਰੈਲੀਆਂ ਕਰਨੀਆਂ ਪੈਂਦੀਆਂ ਤੇ ਫੜ ਕੇ ਲਿਆਉਣੇ ਪੈਂਦੇ ਆ। ਤੇ ਇੱਥੇ 17-18 ਸੂਬਿਆਂ ਤੋਂ ਬਿਲਗਾ ਸਾਹਿਬ ਦੱਸਦੇ ਆ ਕਿ ਵੱਖ-ਵੱਖ ਭਾਸ਼ਾਵਾਂ ਦੇ ਲੋਕ ਬਿਨਾਂ ਕਿਸੇ ਨਿੱਜੀ ਫਾਇਦੇ ਤੋਂ, ਇੱਕ ਸਾਰੀ ਜਮਾਤ ਦੇ ਫਾਇਦੇ ਲਈ ਇੱਕ ਇਕੱਠ ਸੀ, ਸਰਕਾਰ ਦੇ ਵਿਰੋਧ 'ਚ ਇਕੱਠ ਸੀ ਤੇ ਲੋਕ ਆਪਣੇ ਸਾਧਨਾਂ ਤੇ ਆਪ ਤੁਰ ਕੇ ਚੜ ਕੇ ਚੱਲ ਕੇ ਆਏ। ਤੇ ਇਹ ਸਰਕਾਰ ਔਰ ਇਸੇ ਸਰਕਾਰ ਦੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਕਹਿਣ ਕਿ ਇਹ ਕਿਸੇ ਪਾਰਟੀ ਵਿਸ਼ੇਸ਼ ਦਾ ਹੈਗਾ ਆ, ਤੇ ਉਹਨਾਂ ਨੇ ਇੱਕ ਪਾਰਟੀ ਲਾਈਨ ਦੀਆਂ ਐਨਕਾਂ ਲਾਈਆਂ ਹੋਈਆਂ। ਇਹ ਨਹੀਂ ਆ ਕਿ ਇਹਨਾਂ ਨੂੰ ਕੁਝ ਪਤਾ ਨਹੀਂ ਹੈਗਾ, ਸਾਰਾ ਕੁਝ ਜਾਣਦੇ ਨੇ। ਇਹ ਸਿਰਫ ਔਰ ਸਿਰਫ ਇੱਕ ਸੱਤਾ ਦਾ ਨਸ਼ਾ ਇਹਨਾਂ ਦੇ ਦਿਮਾਗ ਤੇ ਹਾਵੀ ਆ ਜੀ। ਤੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਗੁਰਨਾਮ ਸਿੰਘ ਬਿਲਗਾ ਜੀ, ਇਸ ਵੇਲੇ ਮੇਰੇ ਮਨ 'ਚ ਇੱਕ ਜਿਹੜਾ ਖਿਆਲ ਹੈ, ਉਹ 27 ਤਰੀਕ ਦੀ ਘਟਨਾ ਸੀ। ਉਸੇ ਦਿਨ ਹੀ ਦੇਸ਼ ਦੇ ਪ੍ਰਧਾਨ ਮੰਤਰੀ ਉਸ ਘਟਨਾ ਦੇ ਇਤਿਹਾਸਕ ਜਲਿਆਂਵਾਲੇ ਬਾਗ ਦੇ ਵਿੱਚ ਉਦਘਾਟਨ ਕਰ ਰਹੇ ਸੀ ਨਵੀਨੀਕਰਨ ਤੋਂ ਬਾਅਦ, ਤੇ ਉਸੇ ਦਿਨ ਹੀ ਅੰਗਰੇਜ਼ਾਂ ਵਾਲਾ ਮਾਹੌਲ ਉੱਥੇ ਕਰਨਾਲ ਵਿੱਚ ਦੇਖਣ ਨੂੰ ਮਿਲਿਆ। ਬੜੀ ਦੁਖਦਾਈ ਘਟਨਾ ਲੱਗਦੀ ਹੈ। ਉਹ ਜ਼ਮਾਨਾ ਸੀ ਅੰਗਰੇਜ਼ਾਂ ਦੇ ਅਧੀਨ ਸੀ, ਹੁਣ ਤਾਂ ਅਸੀਂ ਆਪਣੀ ਸਰਕਾਰ ਦੇ ਅਧੀਨ ਆ ਤੇ ਉੱਥੇ ਵੀ ਸਾਨੂੰ ਡਾਂਗਾ ਖਾਣ ਲਈ ਮਜਬੂਰ ਹੋਣਾ ਪੈ ਰਿਹਾ। ਕੀ ਇਹਦਾ ਕੋਈ ਬਦਲ ਭਵਿੱਖ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਸੱਤਾ ਸੰਭਾਲਣ ਤੋਂ ਪਹਿਲਾਂ ਆਮ ਨਾਗਰਿਕਾਂ ਬਾਰੇ ਕੁਝ ਸੋਚਣਗੀਆਂ? ਪਰਮਿੰਦਰ, ਜਿਸ ਦੀ ਗੱਲ ਕਰ ਰਹੇ ਆ ਵੀ ਅੰਗਰੇਜ਼ਾਂ ਦਾ ਵੇਲਾ ਜਿਹੜਾ ਯਾਦ ਕਰਾਇਆ ਗਿਆ ਆ, ਇਹ ਉਦੋਂ ਵੱਖ-ਵੱਖ ਭਾਰਤ ਦੇ ਰਾਜਨੀਤਿਕ ਲੀਡਰਾਂ ਵੱਲੋਂ ਵੀ ਗੱਲਾਂ ਕਹੀਆਂ ਗਈਆਂ ਤੇ ਇਹ ਸੱਚ ਵੀ ਜਾਪਦਾ ਸੀ ਉਸ ਦਿਨ। ਜਿਸ ਤਰ੍ਹਾਂ ਦੀ ਵੀਡੀਓ ਰਿਲੀਜ਼ ਹੋਏ ਆ, ਥੱਲੇ ਬੈਠੇ ਕਿਸਾਨਾਂ ਦੇ ਸਿਰ 'ਚ ਸਿੱਧੀਆਂ 5 ਪੁਲਿਸ ਮੁਲਾਜ਼ਮਾਂ ਨੇ ਡਾਂਗਾ ਮਾਰੀਆਂ, ਜਦ ਕਿ ਉਹ 15 ਕਿਲੋਮੀਟਰ ਉਸ ਸਥਾਨ ਤੋਂ ਦੂਰ ਸੀ ਜਿੱਥੋਂ ਰੋਕਣਾ ਸੀਗਾ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਆ, ਜਿੰਨਾ ਚਿਰ ਪਰਮਿੰਦਰ ਸਾਡੇ ਲੋਕ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ, ਭਾਈਚਾਰਿਆਂ ਦੇ ਨਾਂ ਤੇ ਲੜਾਈਆਂ ਕਰਕੇ ਆਪਸ ਵਿੱਚ ਹੀ ਆਪਣੇ ਭਾਈਚਾਰੇ ਵੀ ਸਾਡੇ ਭਾਈਚਾਰੇ ਦਾ ਬੰਦਾ ਤੇ ਸਾਡੇ ਭਾਈਚਾਰੇ ਦਾ ਬੰਦਾ, ਜਿੰਨਾ ਚਿਰ ਸਾਡੇ ਧਰਮਾਂ ਦੇ ਝਗੜੇ, ਸਾਡੀਆਂ ਜਾਤਾਂ ਦੇ ਝਗੜੇ ਨਹੀਂ ਨਿਬੜਦੇ, ਇਹ ਲੋਕ ਇਸੇ ਤਰ੍ਹਾਂ ਜਨਤਾ ਨੂੰ, ਲੋਕਾਂ ਨੂੰ ਪਾੜ ਕੇ ਆਪਣੇ ਫਾਇਦੇ ਚੱਕਦੇ ਰਹਿਣਗੇ ਤੇ ਉਹਨਾਂ ਚਿਰ ਅਸੀਂ ਕਿਸੇ ਵੀ ਮੁੱਦੇ ਦਾ ਸੁਹਿਰਦ ਹੱਲ ਨਹੀਂ ਕਿਸੇ ਆਸ ਰੱਖ ਸਕਦੇ ਜਿੰਨਾ ਚਿਰ ਅਸੀਂ ਖੁਦ ਵੰਡੇ ਹੋਏ ਆ। ਇਹ ਕਿਸਾਨ ਅੰਦੋਲਨ ਨੇ 8-9 ਮਹੀਨੇ ਦੇ ਵਿੱਚ ਇੱਕ ਇੱਦਾਂ ਦਾ ਤਹਈਆ ਤਾਂ ਕੀਤਾ। ਜਿਹੜੀ ਕਿਸਾਨ ਅੰਦੋਲਨ ਨੂੰ ਚਲਾ ਰਿਹਾ ਸੰਯੁਕਤ ਮੋਰਚੇ ਦੇ ਲੀਡਰ ਆ, ਉਹ ਇਹ ਗੱਲ ਮੰਨਦੇ ਆ ਕਿ ਅਸੀਂ ਇੱਕ ਜਿੱਤ ਤਾਂ ਪ੍ਰਾਪਤ ਕਰਦੀ ਆ,
ਵੀ ਸਾਡੇ ਵਿੱਚ ਇਸ ਵੇਲੇ ਇਕੱਠੇ ਬਹਿ ਕੇ ਸੋਚਣ ਦਾ, ਇਕੱਠੇ ਬੈਠ ਕੇ ਮਗਜਮਾਰੀ ਕਰਨ ਦਾ, ਸਾਡੇ ਵਿੱਚ ਇੱਕ ਸੰਵਾਦ ਆਪਸ ਵਿੱਚ ਹੀ ਕਰਨ ਦਾ ਇੱਕ ਮਾਹੌਲ ਬਣਿਆ ਆ। ਜੀ ਅਸੀਂ ਆਪਣੇ ਭਾਈਚਾਰੇ ਜਿਹੜੇ ਆ ਉਹ ਦੁਬਾਰਾ ਗੰਢ ਲਏ ਆ। ਜੀ ਗੰਢੇ ਹੋਏ ਭਾਈਚਾਰੇ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬਣੇ ਰਹਿਣ ਜਾਂ ਇਸੇ ਤਰ੍ਹਾਂ ਜੁੜੇ ਰਹਿਣ। ਜੀ ਇਹੀ ਇੱਕ ਸਥਿਤੀ ਪੈਦਾ ਹੋ ਸਕਦੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਨੂੰ ਹਲੂਣਾ ਦੇ ਸਕਦੀ ਆ, ਸੱਤਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੀ ਆ। ਜੀ ਇੱਕ ਇਹੀ ਸਥਿਤੀ ਹੋ ਸਕਦੀ ਆ। ਜਿੱਦਣ ਅਸੀਂ ਫਿਰ ਇਹਨਾਂ ਲੀਡਰਾਂ ਦੇ ਕਹਿਣ ਤੇ ਅਸੀਂ ਹਿੰਦੂ ਮੁਸਲਮ ਦੇ ਚੱਕਰ 'ਚ ਫਸ ਗਏ ਤੇ ਮੁਸਲਮ ਸਿੱਖ ਦੇ ਮਸਲੇ 'ਚ ਫਸ ਗਏ, ਮੁਸਲਮ ਈਸਾਈ ਦੇ ਮਸਲੇ 'ਚ ਫਸ ਗਏ, ਉਹ ਜਿੰਨਾ ਚਿਰ ਫਿਰ ਸਾਡੀ ਪੱਟ ਉਹ ਧਾੜ ਨਹੀਂ ਰੁਕਦੀ ਤੇ ਅਸੀਂ ਇਹ ਸੱਤਾ ਤੋਂ ਜਾਂ ਇਹਨਾਂ ਲੀਡਰਾਂ ਤੋਂ ਕੋਈ ਚੰਗੇ ਦੀ ਆਸ ਨਹੀਂ ਕਰ ਸਕਦੇ। ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਬਣਨੀਆਂ ਚਾਹੀਦੀਆਂ ਵੀ ਅਸੀਂ ਆਪਣੇ ਮੁੱਦੇ ਦੇਸ਼ ਦੇ, ਆਪਣੇ ਮੁੱਦੇ ਪ੍ਰਾਂਤ ਦੇ, ਆਪਣੇ ਕਿਸਾਨੀ ਦੇ, ਆਪਣੇ ਮਜ਼ਦੂਰ ਵਰਗ ਦੇ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਉਹਨਾਂ ਲੋਕਾਂ ਨੂੰ ਚੁਣਨਾ ਆ ਜਿਹੜੇ ਸਭ ਲੋਕ ਇਹ ਸਾਡੇ ਮੁੱਦੇ ਹੱਲ ਕਰ ਸਕਣ, ਜਿਹੜੇ ਸਾਨੂੰ ਧਰਮਾਂ ਦੇ ਨਾਂ ਤੇ ਭੜਕਾ ਕੇ, ਜਿਹੜੇ ਸਾਨੂੰ ਮੰਦਰਾਂ ਦੇ ਨਾਂ ਤੇ, ਮਸਜਿਦਾਂ ਦੇ ਨਾਂ ਤੇ, ਗੁਰਦੁਆਰਿਆਂ ਦੇ ਨਿਜ਼ਾਮ ਦੇ ਉੱਤੇ ਭੜਕਾ ਕੇ ਜਿਹੜੀਆਂ ਸਾਡੀ ਲੋਕ ਵੋਟਾਂ ਹਾਸਲ ਕਰਨਗੇ, ਉਹਨਾਂ ਚਿਰ ਅਸੀਂ ਇਹਨਾਂ ਤੋਂ ਕੋਈ ਵਧੀਆ ਆਸ ਨਹੀਂ ਰੱਖ ਸਕਦੇ। ਵਧੀਆ ਇਹਨਾਂ ਦੇ ਕੋਲੋਂ ਕੋਈ ਨਿਜ਼ਾਮ ਦਾ ਕਹਿ ਸਕਦੇ ਕਿ ਇਹਨਾਂ ਤੋਂ ਕੋਲੋਂ ਕੋਈ ਆਸ ਰੱਖ ਨਹੀਂ ਸਕਦੇ ਹੈਗੇ। ਪਰ ਇਸ ਗੱਲ ਲਈ ਸਾਨੂੰ ਕੁਛ ਨਾ ਕੁਛ ਤਹਈਆ ਕਰਨਾ ਪਊਗਾ ਜੀ। ਤੇ ਮੁੱਦੇ ਤੇ ਹੋਰ ਵੀ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਨ ਵਾਲੇ, ਪਰ ਇਸ ਵੇਲੇ ਇਸ ਪ੍ਰੋਗਰਾਮ ਦਾ ਸਮਾਂ ਖਤਮ ਹੈ। ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਸਾਡੇ ਨਾਲ ਇਸ ਖਾਸ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਸ਼ੁਕਰੀਆ ਪਰਮਿੰਦਰ ਜੀ।